ਯਿਸੂ ਮਸੀਹ ਦੇ ਪਵਿੱਤਰ ਜ਼ਿੰਦਾ ਤੇ ਜ਼ਲਾਲੀ ਮੁਕੱਦਸ ਨਾਮ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ। ਮੈਂ ਪਾਸਟਰ ਬੀਕੇ ਹੰਸ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦਾ ਹਾਂ। ਖੁਦਾ ਯਿਸੂ ਮਸੀਹ ਦਾ ਮੈਂ ਸ਼ੁਕਰਾਨਾ ਕਰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਅੱਜ ਜਿਹੜਾ ਦੁੱਖ ਦਾ ਸਮਾਂ ਚੱਲਦਾ ਪਿਆ ਆ, ਜਿਹੜਾ ਭਿਆਨਕ ਸਮਾਂ ਚੱਲਦਾ ਪਿਆ ਆ, ਉਸ ਸਮੇਂ ਦੇ ਵਿੱਚ ਅੱਜ ਸਾਨੂੰ ਫੇਰ ਤੁਹਾਡੇ ਰੂਬਰੂ ਹੋਣ ਦਾ ਇੱਕ ਸੁੰਦਰ ਸਮਾਂ ਦਿੱਤਾ ਆ, ਮੌਕਾ ਦਿੱਤਾ ਆ। ਸੋ ਮੇਰੇ ਅਜ਼ੀਜ਼ ਭੈਣਾਂ ਤੇ ਭਰਾਵੋ, ਅੱਜ ਮੈਂ ਖੁਦਾ ਯਿਸੂ ਮਸੀਹ ਦਾ ਪਵਿੱਤਰ ਕਲਾਮ ਜਿਹੜਾ ਤੁਹਾਡੇ ਰੂਬਰੂ ਕਰਨ ਵਾਸਤੇ ਜਾ ਰਿਹਾ ਆ, ਉਹ ਕਲਾਮ ਜਿਹੜਾ ਆ ਉਹ ਇਸ ਟੌਪਿਕ ਦੇ ਆਧਾਰਿਤ 'ਤੇ ਆ ਕਿ ਜਿਵੇਂ ਇੱਕ ਮਿੱਟੀ ਜਿਹੜੀ ਘੁਮਿਆਰ ਦੇ ਹੱਥ ਵਿੱਚ ਆ, ਉਸੇ ਤਰ੍ਹਾਂ ਅਸੀਂ ਵੀ ਉਸ ਪਰਮੇਸ਼ਵਰ ਦੇ ਹੱਥ ਵਿੱਚ ਆ। ਬਹੁਤ ਸਾਰੇ ਲੋਕ ਭੁੱਲ ਚੁੱਕੇ ਨੇ ਕਿ ਅਸੀਂ ਉਸ ਖੁਦਾ ਯਿਸੂ ਮਸੀਹ, ਉਸ ਪਰਮੇਸ਼ਵਰ ਦੇ ਹੱਥਾਂ ਦੀ ਬਣਾਈ ਹੋਈ ਕਾਰਾਗਰੀ ਆ, ਉਸ ਪਰਮੇਸ਼ਵਰ ਦੇ ਰਚਤਾ ਆ। ਉਹ ਪਰਮੇਸ਼ਵਰ ਸਾਡਾ ਰਚਨਹਾਰਾ ਆ, ਉਹ ਪਰਮੇਸ਼ਵਰ ਸਾਡਾ ਮੁਕਤੀ ਦਾਤਾ ਆ, ਉਹ ਪ੍ਰਭੂ ਯਿਸੂ ਮਸੀਹ ਸਾਡਾ ਰਚਨ ਵਾਲਾ ਆ, ਉਹ ਇਸ ਸੰਸਾਰ ਨੂੰ ਬਣਾਉਣ ਵਾਲਾ ਆ। ਬਹੁਤ ਸਾਰੇ ਲੋਕ ਜਿਹੜੇ ਨੇ ਇਸ ਗੱਲ ਨੂੰ ਭੁੱਲ ਗਏ ਨੇ। ਪਰ ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਆ, ਤੁਹਾਡੇ ਮੈਂ ਰੂਬਰੂ ਇੱਕ ਵਚਨ ਕਰਨ ਵਾਸਤੇ ਜਾ ਰਿਹਾ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ। ਮੈਂ ਚਾਹੁੰਦਾ ਕਿ ਇਹ ਵਚਨ ਜਿਹੜਾ ਆ, ਇਹ ਕਲਾਮ ਤੁਹਾਡੇ ਹਿਰਦੇ, ਗੁਰਦੇ, ਦਿਲ, ਦਿਮਾਗ ਦੇ ਵਿੱਚ ਗਹਿਰਾ ਅਸਰ ਕਰੇ ਔਰ ਤੁਹਾਡੇ ਜੀਵਨ ਦੇ ਵਿੱਚ ਬਿਹਤਰੀ, ਉੱਨਤੀ ਅਤੇ ਤਰੱਕੀ ਲੈ ਕੇ ਆਵੇ। ਅੱਜ ਦਾ ਕਲਾਮ, ਅੱਜ ਦਾ ਵਚਨ। ਸੋ ਮੈਂ ਤੁਹਾਡੇ ਵਾਸਤੇ ਪੜ੍ਹਨ ਵਾਸਤੇ ਜਾ ਰਿਹਾ ਹਾਂ ਕਿ ਇੱਕ ਪਰਮੇਸ਼ਵਰ ਦਾ ਦਾਸ ਜਰਮੀਆ ਸੀਗਾ, ਪਰਮੇਸ਼ਵਰ ਦਾ ਦਾਸ, ਔਰ ਉਹ ਪਰਮੇਸ਼ਵਰ ਦੇ ਨਾਲ ਬਹੁਤ ਪਿਆਰ ਕਰਦਾ ਸੀਗਾ ਅਤੇ ਪਰਮੇਸ਼ਵਰ ਹੀ ਉਹਦੇ ਨਾਲ ਬਹੁਤ ਪਿਆਰ ਕਰਦੇ ਸੀਗੇ। ਤਾਂ ਪਰਮੇਸ਼ਵਰ ਉਹਦੇ ਨਾਲ ਗੱਲਾਂ ਕਰਦੇ ਸੀਗੇ। ਉਹਨੂੰ ਪਰਮੇਸ਼ਵਰ ਨੇ ਫਰਮਾਨ ਕੀਤਾ, ਇੱਕ ਹੁਕਮ ਜਾਰੀ ਕੀਤਾ ਕਿ ਜਰਮੀਆ, ਇਸ ਤਰ੍ਹਾਂ ਕਰਕੇ ਤੂੰ ਇੱਕ ਘੁਮਿਆਰ ਦੇ ਘਰ ਦੇ ਵਿੱਚ ਜਾ, ਘੁਮਿਆਰ ਦੇ ਘਰ ਦੇ ਵਿੱਚ ਜਾ, ਔਰ ਮੈਂ ਤੇਰੇ ਨਾਲ ਉੱਥੇ ਗੱਲਾਂ ਕਰਾਂਗਾ, ਤੈਨੂੰ ਮੈਂ ਦੱਸਾਂਗਾ ਤੂੰ ਅੱਗੇ ਕਿਹੜੀਆਂ ਗੱਲਾਂ ਕਰਨੀਆਂ ਆ, ਕਿਵੇਂ ਤੂੰ ਅੱਗੇ ਲੋਕਾਂ ਨੂੰ ਦੱਸਣਾ, ਮੈਂ ਤੈਨੂੰ ਦੱਸਾਂਗਾ। ਸੋ ਉਹ ਅੱਜ ਵਚਨ ਜਰਮੀਆ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਉਹਦਾ 18 ਅਧਿਆਏ ਔਰ ਇੱਕ ਵਚਨ ਤੋਂ ਅਸੀਂ ਜਦੋਂ ਸ਼ੁਰੂ ਕਰਦੇ ਹਾਂ, ਮੈਂ ਤੁਹਾਡੇ ਵਾਸਤੇ ਪੜ੍ਹਨ ਵਾਸਤੇ ਜਾ ਰਿਹਾ। ਸੋ ਮੈਂ ਚਾਹੁੰਦਾ ਕਿ ਪਲੀਜ਼ ਤੁਸੀਂ ਇਹਨਾਂ ਵਚਨਾਂ ਨੂੰ ਜ਼ਰੂਰ ਰੀਡ ਕਰਨਾ, ਇਹਨਾਂ ਵਚਨਾਂ ਨੂੰ ਜ਼ਰੂਰ ਪੜ੍ਹਨਾ ਆ, ਤਾਂ ਜੋ ਤੁਹਾਡੀ ਲਾਈਫ ਦੇ ਵਿੱਚ ਪਰਮੇਸ਼ਵਰ ਅਦਭੁਤ ਕਾਰਜ ਕਰੇ ਔਰ ਤੁਹਾਨੂੰ ਪਤਾ ਲੱਗੇ ਇਸ ਵਚਨ ਨੂੰ ਪੜ੍ਹਨ ਤੋਂ ਬਾਅਦ, ਕਿ ਸੁਣਨ ਤੋਂ ਬਾਅਦ, ਔਰ ਜਦੋਂ ਤੁਸੀਂ ਇਹਨੂੰ ਰੀਡ ਕਰੋ ਜਾਂ ਪੜ੍ਹਨ ਤੋਂ ਬਾਅਦ ਤੁਹਾਨੂੰ ਪਤਾ ਲੱਗੇ ਕਿ ਵਾਕਈ ਪਰਮੇਸ਼ਵਰ ਜਿਹੜਾ ਉਹ ਬੜਾ ਮਹਾਨ ਆ, ਪਰਮੇਸ਼ਵਰ ਬੜਾ ਦਿਆਲੂ ਅਤੇ ਕਿਰਪਾਲੂ ਵੀ ਆ। ਅਤੇ ਪਰ ਇਹ ਵੀ ਤੁਹਾਨੂੰ ਪਤਾ ਲੱਗੇ ਕਿ ਜਿਵੇਂ ਘੁਮਿਆਰ ਦੇ ਹੱਥ ਵਿੱਚ ਇੱਕ ਮਿੱਟੀ ਹੁੰਦੀ ਆ, ਉਵੇਂ ਅਸੀਂ ਵੀ ਉਸ ਪਰਮੇਸ਼ਵਰ ਦੇ ਹੱਥ ਦੇ ਵਿੱਚ ਆ, ਪਰ ਅਸੀਂ ਭੁੱਲ ਚੁੱਕੇ ਹਾਂ। ਸੋ ਮੈਂ ਇਸ ਵਚਨ ਨੂੰ ਪੜ੍ਹਨ ਵਾਸਤੇ ਜਾ ਰਿਹਾ ਹਾਂ, ਇਸ ਕਲਾਮ ਨੂੰ ਮੈਂ ਤੁਹਾਡੇ ਰੂਬਰੂ ਕਰਨ ਵਾਸਤੇ ਜਾ ਰਿਹਾ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਉਹ ਵਚਨ ਜਿਹੜਾ ਯਹੋਵਾ ਵੱਲੋਂ ਯਰਮੀਆ ਦੇ ਕੋਲ ਆਇਆ ਕਿ ਉੱਠ ਅਤੇ ਘੁਮਿਆਰ ਦੇ ਘਰ ਨੂੰ ਉਤਰ ਜਾ, ਉੱਥੇ ਮੈਂ ਤੈਨੂੰ ਆਪਣੀਆਂ ਗੱਲਾਂ ਸੁਣਾਵਾਂਗਾ। ਤਾਂ ਮੈਂ ਘੁਮਿਆਰ, ਅੱਗੇ ਯਰਮੀਆ ਜਿਹੜਾ ਸੀਗਾ ਉਹ ਦੱਸ ਰਿਹਾ, ਕਹਿੰਦਾ ਮੈਂ ਤਾਂ ਘੁਮਿਆਰ ਦੇ ਘਰ ਨੂੰ ਉਤਰ ਗਿਆ ਅਤੇ ਵੇਖੋ ਉਹ ਆਪਣੇ ਚੱਕ ਉੱਤੇ ਕੰਮ ਕਰ ਰਿਹਾ ਸੀਗਾ। ਜਦੋਂ ਜਰਮੀਆ ਜਿਹੜਾ ਸੀਗਾ ਘੁਮਿਆਰ ਦੇ ਘਰ ਵਿੱਚ ਗਿਆ, ਅਤੇ ਜਿਹੜਾ ਘੁਮਿਆਰ ਸੀਗਾ, ਜਿਹੜਾ ਕਾਰੀਗਰ ਸੀਗਾ, ਜਿਹੜਾ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਸੀਗਾ, ਉਹ ਆਪਣੇ ਚੱਕ ਦੇ ਉੱਤੇ, ਆਪਣੇ ਅੱਡੇ ਦੇ ਉੱਤੇ ਉਹ ਕੰਮ ਕਰ ਰਿਹਾ ਸੀਗਾ ਔਰ ਉਹ ਭਾਂਡਿਆਂ ਨੂੰ ਬਣਾ ਰਿਹਾ ਸੀਗਾ। ਅੱਗੇ ਇਸ ਵਚਨ ਨੂੰ ਪੜ੍ਹਦੇ ਹਾਂ। ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀਗਾ, ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ, ਤਦ ਉਹਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ ਜਿਵੇਂ ਉਹਦੀ ਨਿਗਾਹ ਵਿੱਚ ਚੰਗਾ ਲੱਗਾ। ਹਾਲੇਲੂਇਆ। ਸੋ ਮੇਰੇ ਅਜ਼ੀਜ਼ ਭੈਣ ਭਰਾਵੋ, ਜਦੋਂ ਘੁਮਿਆਰ ਨੂੰ ਉਹਨੇ ਵੇਖਿਆ, ਜਰਮੀਆ ਨੇ ਘੁਮਿਆਰ ਨੂੰ ਵੇਖਿਆ ਕਿ ਆਪਣੇ ਚੱਕ ਦੇ ਉੱਤੇ ਬੈਠਾ, ਆਪਣੇ ਅੱਡੇ ਦੇ ਉੱਤੇ ਬੈਠਾ, ਉਹ ਭਾਂਡੇ ਨੂੰ ਬਣਾਇਆ ਅਤੇ ਭਾਂਡਾ ਜਿਹੜਾ ਉਹਦੇ ਹੱਥੋਂ ਵਿਗੜ ਗਿਆ, ਅਤੇ ਉਹਨੇ ਇੱਕ ਦੂਜਾ ਭਾਂਡਾ ਬਣਾਇਆ ਜਿਹੜਾ ਉਹਨੂੰ ਚੰਗਾ ਲੱਗਾ, ਜਿਹੜਾ ਉਹਨੂੰ ਲੱਗਾ ਕਿ ਇਹ ਭਾਂਡਾ ਮੇਰੇ ਯੋਗ ਆ, ਇਹ ਮੇਰੇ ਵਰਤਨ ਦੇ ਯੋਗ ਆ, ਇਹ ਭਾਂਡਾ ਮੇਰੇ ਇਸਤੇਮਾਲ ਕਰਨ ਦੇ ਯੋਗ ਆ। ਉਸ ਜਰਮੀਆ ਨੇ ਉਸ ਘੁਮਿਆਰ ਨੇ ਉਸ ਭਾਂਡੇ ਨੂੰ ਤਿਆਰ ਕੀਤਾ। ਸੋ ਜਿਵੇਂ ਮੇਰੇ ਅਜ਼ੀਜ਼ ਭੈਣ ਭਰਾਵੋ, ਜਿਵੇਂ ਕਿ ਪਰਮੇਸ਼ਵਰ ਨੇ ਸਾਨੂੰ ਆਪਣੀ ਚੋਣ ਕਰਨ ਵਾਸਤੇ ਸਾਨੂੰ ਆਗਿਆ ਦਿੱਤੀ ਆ। ਪਰਮੇਸ਼ਵਰ ਨੇ ਸਾਨੂੰ ਆਖਿਆ ਆ ਕਿ ਦੇਖੋ ਤੁਸੀਂ ਆਪਣੇ 10 ਨੌਵਾਂ ਦੀ ਕਮਾਈ ਕਰੋ, ਮੇਰੀ ਇਬਾਦਤ ਕਰੋ, ਮੇਰੀ ਭਗਤੀ ਕਰੋ। ਪਰਮੇਸ਼ਵਰ ਨੇ ਸਾਨੂੰ ਆਜ਼ਾਦੀ ਦਿੱਤੀ ਆਪਣੀ ਜ਼ਿੰਦਗੀ ਜਿਉਣ ਦੀ, ਪਰ ਅਸੀਂ ਉਸ ਆਜ਼ਾਦੀ ਦੇ ਵਿੱਚ ਕੀ ਕਰ ਜਾਂਦੇ ਹਾਂ, ਪਰਮੇਸ਼ਵਰ ਦੇ ਕੰਮਾਂ ਨੂੰ ਕੀ ਕਰਦੇ ਹਾਂ, ਭੁੱਲ
ਜਾਂਦੇ ਆ। ਅਸੀਂ ਪਰਮੇਸ਼ਰ ਦੀ ਇਬਾਦਤ ਕਰਨੀ ਜਿਹੜੀ ਉਹ ਭੁੱਲ ਜਾਂਦੇ ਆ। ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਭੁੱਲ ਜਾਂਦੇ ਆ। ਅਸੀਂ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਆ। ਇਸ ਕਰਕੇ ਮੇਰੇ ਅਜ਼ੀਜ਼ ਭੈਣ ਭਰਾਵੋ, ਜਦੋਂ ਅਸੀਂ ਹੁਕਮਾਂ ਦੀ ਉਲੰਘਣਾ ਕਰਦੇ, ਆਪਣੇ ਆਪ ਨੂੰ ਪਰਮੇਸ਼ਰ ਦੇ ਸਮਰਪਿਤ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਸਮਰਪਿਤ ਨਹੀਂ ਕਰਦੇ, ਔਰ ਸਮਰਪਿਤ ਨਾ ਕਰਨ ਦੇ ਕਰਕੇ ਅਸੀਂ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਰੋੜਾ ਬਣਦੇ ਹਾਂ, ਪਰਮੇਸ਼ਰ ਦੇ ਕੰਮਾਂ ਦੇ ਵਿੱਚ ਅਸੀਂ ਰੁਕਾਵਟ ਬਣਦੇ ਹਾਂ। ਪਰ ਮੇਰੇ ਅਜ਼ੀਜ਼ੋ, ਅਸੀਂ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਨਾ ਤੇ ਰੋੜਾ ਬਣਨਾ ਆ ਤੇ ਨਾ ਅਸੀਂ ਰੁਕਾਵਟ ਬਣਨਾ ਆ। ਜੇ ਅਸੀਂ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਰੋੜਾ ਬਣਾਂਗੇ, ਪਰਮੇਸ਼ਰ ਦੇ ਕੰਮਾਂ ਦੇ ਵਿੱਚ ਰੁਕਾਵਟ ਬਣਾਂਗੇ, ਤੇ ਪਰ ਸਾਨੂੰ ਫਿਰ ਇੱਕ ਗੱਲ ਯਾਦ ਰੱਖ ਲੈਣ ਦੀ ਜ਼ਰੂਰਤ ਆ ਕਿ ਅਸੀਂ ਉਸ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਹਾਂ। ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਆ, ਅਸੀਂ ਵੀ ਉਸ ਪਰਮੇਸ਼ਰ ਦੇ ਹੱਥ ਦੇ ਵਿੱਚ ਹਾਂ। ਇਸ ਕਰਕੇ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਆ, ਕਿਉਂਕਿ ਪਰਮੇਸ਼ਰ ਯਿਸੂ ਮਸੀਹ ਜਿਹੜਾ ਆ ਉਹ ਮਹਾਨ ਪਿਤਾ ਪਰਮੇਸ਼ਰ ਆ। ਜੋ ਪਿਆਰ ਕਰਨ ਵਾਲਾ ਪਰਮੇਸ਼ਰ ਆ ਤੇ ਉਹ ਭਸਮ ਕਰਨ ਵਾਲੀ ਅੱਗ ਵੀ ਆ। ਯਾਦ ਰੱਖਣਾ ਆ ਕਿ ਇਸ ਟਾਈਮ ਬੜਾ ਭਿਆਨਕ ਜਿਹੜਾ ਸਮਾਂ ਚੱਲਦਾ ਪਿਆ ਆ, ਔਰ ਕੰਟਰੀਆਂ ਨੂੰ ਆਪਣੇ ਦੌੜ ਭਜਾਈ ਪਈ ਦੀ ਆ। ਕਾਫੀ ਡਾਕਟਰਸ, ਨਰਸਸ ਜਿਹੜੀਆਂ ਉਹ ਆਪਣੇ ਐਂਟੀਟਿਊਡ ਲੱਭਣ ਦੀ ਕੋਸ਼ਿਸ਼ ਕਰਦੀਆਂ ਪਈਆਂ ਨੇ। ਜਿਹੜਾ ਕੋਰੋਨਾ ਵਾਇਰਸ ਚੱਲਦਾ ਪਿਆ, ਜਿਹੜੀ ਇਹ ਮਹਾਮਾਰੀ ਫੈਲੀ ਹੋਈ ਆ, ਬਟ ਸਾਡਾ ਕੰਮ ਕੀ ਆ? ਪ੍ਰਾਰਥਨਾ ਕਰਨਾ। ਸਾਡਾ ਕੰਮ ਕੀ ਆ? ਅਰਦਾਸ ਕਰਨਾ। ਸਾਡਾ ਕੰਮ ਕੀ ਆ? ਉਸ ਪਰਮੇਸ਼ਵਰ ਦੇ ਅੱਗੇ ਤਰਲਾ ਮਾਰਨਾ ਕਿ ਪਰਮੇਸ਼ਵਰ ਇਹ ਜਿਹੜੀ ਮਹਾਮਾਰੀ ਆ ਇਹਨੂੰ ਕੀ ਕਰਦੇ? ਟਾਲ ਦੇ, ਇਸ ਬਿਪਤਾ ਤੋਂ ਸਾਨੂੰ ਬਾਹਰ ਕੱਢ। ਉਹ ਪਰਮੇਸ਼ਵਰ ਹੀ ਹੈ ਜੋ ਸਾਡੇ ਉੱਤੇ ਦਇਆ ਕਰ ਸਕਦਾ ਆ। ਉਹ ਪਰਮੇਸ਼ਵਰ ਹੀ ਹੈ ਜੋ ਸਾਡੇ ਉੱਤੇ ਕਿਰਪਾ ਕਰ ਸਕਦਾ ਆ। ਪਰ ਫਿਰ ਵੀ ਕਈ ਹੱਦ ਤੱਕ ਪਰਮੇਸ਼ਵਰ ਚਾਹੁੰਦਾ ਆ ਕਿ ਮੇਰਾ ਜਿਹੜਾ ਬੱਚਾ ਆ ਇਹਦੀ ਮੈਂ ਲਾਈਫ ਨੂੰ, ਬੇਸ਼ੱਕ ਅਸੀਂ ਪਰਮੇਸ਼ਵਰ ਤੋਂ ਆਕੀ ਹੋ ਜਾਂਦੇ ਆ, ਪਰਮੇਸ਼ਵਰ ਤੋਂ ਵਿਗੜ ਜਾਂਦੇ ਆ, ਪਰਮੇਸ਼ਵਰ ਦੇ ਕੰਮਾਂ ਨੂੰ ਪਛਾਣ ਕਰ ਦਿੰਦੇ ਆ, ਔਰ ਆਪਣੀ ਸੋਚ ਦੇ ਨਾਲ ਅਸੀਂ ਅੱਗੇ ਵਧਣਾ ਚਾਹੁੰਦੇ ਆ। ਪਰ ਫਿਰ ਵੀ ਕਈ ਹੱਦ ਤੱਕ ਪਰਮੇਸ਼ਵਰ ਚਾਹੁੰਦਾ ਕਿ ਮੈਂ ਇਸ ਬੇਟੀ ਦੀ ਜ਼ਿੰਦਗੀ ਨੂੰ ਇੱਕ ਨਵਾਂ ਆਕਾਰ ਦੇਵਾਂ, ਇਹਨੂੰ ਮੈਂ ਨਵਾਂ ਆਕਾਰ ਦੇਵਾਂ, ਇਹਦੀ ਲਾਈਫ ਨੂੰ, ਇਹਦੀ ਜ਼ਿੰਦਗੀ ਨੂੰ ਨਵਾਂ ਆਕਾਰ ਦੇਵਾਂ। ਪਰ ਮੇਰੇ ਅਜ਼ੀਜ਼ ਭੈਣ ਭਰਾਓ, ਪਰਮੇਸ਼ਰ ਫਿਰ ਵੀ ਚਾਹੁੰਦਾ ਆ, ਖੁਦਾ ਯਿਸੂ ਮਸੀਹ ਫਿਰ ਵੀ ਚਾਹੁੰਦਾ ਆ, ਪਰ ਅਸੀਂ ਉਸ ਪਰਮੇਸ਼ਵਰ ਦੀਆਂ ਗੱਲਾਂ ਵਾਲੇ ਪਾਸੇ ਧਿਆਨ ਨਹੀਂ ਕਰਦੇ। ਖੁਦਾ ਦੇ ਪਵਿੱਤਰ ਕਲਾਮ ਵਾਲੇ ਪਾਸੇ ਅਸੀਂ ਧਿਆਨ ਨਹੀਂ ਕਰਦੇ। ਪਰਮੇਸ਼ਰ ਦੇ ਹੁਕਮਾਂ ਦੀ ਅਸੀਂ ਕੀ ਕਰਦੇ ਹਾਂ? ਉਲੰਘਣਾ ਕਰਦੇ ਹਾਂ। ਸੋ ਮੇਰੇ ਅਜ਼ੀਜ਼ ਭੈਣ ਭਰਾਓ, ਇਸ ਕਲਾਮ ਦੇ ਵਿੱਚ ਅੱਗੇ ਕੀ ਲਿਖਿਆ? ਕਹਿੰਦਾ, ਫਿਰ ਯਹੋਵਾ ਦਾ ਵਚਨ ਮੇਰੇ ਕੋਲ ਆਇਆ, ਹੇ ਇਜ਼ਰਾਈਲ ਦੇ ਘਰਾਣੇ, ਕੀ ਮੈਂ ਇਸ ਘੁਮਿਆਰ ਵਾਂਗੂ ਤੁਹਾਡੇ ਨਾਲ ਨਹੀਂ ਕਰ ਸਕਦਾ? ਯਹੋਵਾ ਦਾ ਵਾਕ ਹੈ, ਵੇਖੋ ਹੇ ਇਜ਼ਰਾਈਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ, ਤਿਵੇਂ ਤੁਸੀਂ ਵੀ ਮੇਰੇ ਹੱਥ ਦੇ ਵਿੱਚ ਹੋ। ਹਾਲੇਲੂਇਆ। ਸੋ ਪਰਮੇਸ਼ਰ ਕੀ ਕਹਿ ਰਿਹਾ ਆ? ਕਹਿੰਦਾ, ਜ਼ਰਮੀਆਂ ਨੂੰ ਕਹਿ ਰਿਹਾ, ਕਹਿੰਦਾ ਕਿ ਇਹਨਾਂ ਇਜ਼ਰਾਈਲੀ ਜਿਹੜੇ ਇੱਕ ਘੁਮਿਆਰ ਦੇ ਹੱਥ ਦੇ ਵਿੱਚ ਮਿੱਟੀ ਆ, ਤੇ ਮੈਂ ਤੈਨੂੰ ਦੱਸ ਰਿਹਾ, ਤੂੰ ਇਜ਼ਰਾਈਲੀਆਂ ਨੂੰ ਦੱਸ ਕਿ ਹੇ ਇਜ਼ਰਾਈਲੀਓ, ਕੀ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਜਿਵੇਂ ਘੁਮਿਆਰ ਦੇ ਹੱਥ ਦੇ ਵਿੱਚ ਮਿੱਟੀ ਆ, ਤੁਸੀਂ ਵੀ ਮੇਰੇ ਹੱਥ ਦੇ ਵਿੱਚ ਹੀ ਹੋ। ਸੋ ਮੇਰੇ ਅਜ਼ੀਜ਼ੋ, ਜਿਸ ਤਰ੍ਹਾਂ ਘੁਮਿਆਰ ਦੇ ਹੱਥ ਦੇ ਵਿੱਚ ਮਿੱਟੀ ਆ, ਅਸੀਂ ਵੀ ਉਸ ਪਰਮੇਸ਼ਵਰ ਦੇ ਹੱਥ ਦੇ ਵਿੱਚ ਆ। ਸਾਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਰਮੇਸ਼ਵਰ ਨੂੰ ਪਹਿਲ ਦੇਣ ਦੀ ਜ਼ਰੂਰਤ ਆ। ਖੁਦਾ ਯਿਸੂ ਮਸੀਹ ਨੂੰ ਪਹਿਲ ਦੇਣ ਦੀ ਜ਼ਰੂਰਤ ਆ। ਉਸ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਆ, ਕਿਉਂਕਿ ਯਿਸੂ ਮਸੀਹ ਜਿਹੜਾ ਆ ਉਹ ਸ੍ਰਿਸ਼ਟੀ ਕਰਤਾ ਆ। ਪਰਮੇਸ਼ਵਰ ਸਾਡੇ ਤੇ ਦਇਆ ਕਰਨ ਵਾਲਾ ਪਰਮੇਸ਼ਵਰ ਹੈ। ਜਦੋਂ ਅਸੀਂ ਯਸ਼ਾਇਆ ਦੇ ਵਿੱਚ ਜਾਂਦੇ ਹਾਂ, ਯਸ਼ਾਇਆ ਦੇ ਵਿੱਚ ਅਸੀਂ ਵੇਖਦੇ ਹਾਂ, ਉਹਦਾ 45 ਅਧਿਆਏ ਉਹਦਾ 22 ਆਇਤ ਵਿੱਚ ਲਿਖਿਆ, ਹੇ ਧਰਤੀ ਦੇ ਕੰਢੇ ਦਿਓ, ਮੇਰੇ ਵੱਲ ਮੂੰਹ ਕਰੋ ਅਤੇ ਬਚ ਜੋ, ਮੈਂ ਪਰਮੇਸ਼ਵਰ ਜੋ ਹਾਂ ਅਤੇ ਹੋਰ ਹੈ ਨਹੀਂ। ਹਾਲੇਲੂਇਆ। ਸੋ ਮੇਰੇ ਅਜ਼ੀਜ਼ ਭੈਣ ਭਰਾਵੋ, ਪਰਮੇਸ਼ਵਰ ਜਿਹੜਾ ਆ ਉਹ ਕੀ ਕਹਿ ਰਿਹਾ ਆ? ਪਰਮੇਸ਼ਰ ਯਸ਼ਾਇਆ ਦੇ ਵੱਲੋਂ ਕੀ ਕਹਿ ਰਿਹਾ? ਕਹਿੰਦਾ, ਹੇ ਸਾਰੇ ਧਰਤੀ ਦੇ ਕੰਢੇ ਦੇ ਵਾਸੀਓ, ਮੇਰੇ ਵੱਲ ਧਿਆਨ ਕਰੋ, क्योंकि मैं एकमात्र पिता परमेश्वर हूँ जो तुम लोगों के ऊपर बड़ी दया कर सकता हूँ, जो तुम लोगों के ऊपर मैं बड़ी करुणा कर सकता हूँ। सानू परमेश्वर वाले पासे ध्यान करने की जरूरत है, याद रखने की जरूरत है कि असी उस परमेश्वर के वासे हाँ, असी उस परमेश्वर के हाथे हाँ। खुदा के कलाम दे विच लिखिया, तेरी दुध चंघाउण वाली माँ तेनू भुल जाएगी, पर मैं तेनू कदे भी भुलांगा नहीं, ना तो मैं तेनू कदी त्यागांगा ते ना ही मैं तेनू कदी छड्डांगा। इस करके सानू उस परमेश्वर दे विच बने रहने की जरूरत है, उस खुदा यीशु मसीह दे विच बने रहने की जरूरत है। जो असी खुदा यीशु मसीह दे विच बने रवांगे तो वह साडा महान पिता परमेश्वर भी साडे विच बनिया रहेगा। वो साडा महान प्रभु यीशु मसीह भी साडे उत्ते दया करेगा। वो साडा अकाल पुरख परमेश्वर भी साडे उत्ते अपना वड्डा वड्डा फजल
ਕਰੇਗਾ। ਅੱਗੇ ਇਸ ਕਲਾਮ ਦੇ ਵਿੱਚ ਲਿਖਿਆ ਦਾ ਹੈ, ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਆ, ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਵਿਖੇ ਬੋਲਾਂ ਕਿ ਮੈਂ ਉਸ ਨੂੰ ਪੁੱਟ ਸੁੱਟਾਂ, ਢਾ ਦਿਆਂਗਾ ਅਤੇ ਨਾਸ਼ ਕਰਾਂਗਾ, ਜੇ ਉਹ ਕੌਮ ਜਿਹਦੇ ਵਿਖੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਵੀ ਉਸ ਬਦੀ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਦੇ ਨਾਸ਼ ਕਰਨ ਲਈ ਸੋਚੀ ਸੀ। ਹਜੇ ਵੀ ਸਾਡੇ ਕੋਲ ਸਮਾਂ ਆ, ਟਾਈਮ ਹੈ, ਮੌਕਾ ਆ, ਕਿਉਂਕਿ ਪਰਮੇਸ਼ਵਰ ਯਿਸੂ ਮਸੀਹ ਖੁਦਾ ਕੀ ਕਹਿ ਰਿਹਾ ਆ, ਕਹਿੰਦਾ ਕਿ ਜਿਸ ਕੌਮ ਜਾਂ ਜਿਸ ਇਨਸਾਨ ਦੇ ਵਾਸਤੇ ਮੈਂ ਸੋਚਿਆ ਸੀਗਾ ਕਿ ਇਹਨੂੰ ਮੈਂ ਮਿਟਾ ਦੇਵਾਂਗਾ, ਇਹਨੂੰ ਮੈਂ ਨਾਸ਼ ਕਰ ਦੇਵਾਂਗਾ, ਇਹਨੂੰ ਮੈਂ ਮਿਟਾ ਦੇਵਾਂਗਾ, ਇਹਨੂੰ ਮੈਂ ਨਾਸ਼ ਕਰ ਦੇਵਾਂਗਾ, ਤੇ ਉਹ ਜੇ ਬੰਦਾ ਮੁੜ ਜਾਵੇਗਾ ਤੇ ਪਰਮੇਸ਼ਵਰ ਕੀ ਕਰੇਗਾ, ਉਹਦੇ ਉੱਤੇ ਦਇਆ ਕਰੇਗਾ। ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ ਆ ਕਿ ਜਦੋਂ ਪਰਮੇਸ਼ਵਰ ਨੇ ਜਿਹੜਾ ਸੀਗਾ ਯਿਸੂ ਮਸੀਹ, ਉਹਨੇ ਜਦੋਂ ਜੁਨਾਹ ਨੂੰ ਆਖਿਆ, ਜੁਨਾਹ ਨਬੀ ਨੂੰ ਆਖਿਆ ਕਿ ਜਾ ਵੀ ਤੂੰ ਨਿਨਵਾ ਨੂੰ ਜਾ, ਪਰ ਉਸ ਬੰਦੇ ਨੇ ਕੀ ਕੀਤਾ ਸੀਗਾ, ਨਿਨਵਾ ਨੂੰ ਜਾਣ ਦੀ ਬਜਾਏ ਉਹਨੇ ਤਰਸੀਸ ਦੀ ਟਿਕਟ ਕਟਾਈ। ਉਸ ਤਰਸੀਸ ਦੀ ਟਿਕਟ ਕਟਾਉਣ ਦੇ ਕਰਕੇ ਔਰ ਇੱਕ ਕਿਸ਼ਤੀ ਦੇ ਵਿੱਚ ਬਹਿ ਗਿਆ ਔਰ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ, ਭੂਚਾਲ ਆ ਗਿਆ, ਜਿਹਦੇ ਕਰਕੇ ਉੱਥੇ ਬਹੁਤ ਸਾਰੇ ਮਨੁੱਖ ਨੇ ਆਪਣੇ ਆਪ ਤੇ ਦੇਵੀ ਦੇਵਤਿਆਂ ਨੂੰ ਧਿਆਇਆ, ਹੋਰ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ। ਬਟ ਜਦੋਂ ਉਹਨਾਂ ਨੂੰ ਪਰਮੇਸ਼ਵਰ ਦਾ ਦਾਸ ਜਿਹੜਾ ਸੀਗਾ ਜੁਨਾਹ, ਉਹਨੇ ਆਖਿਆ ਕਿ ਮੈਂ ਉਸ ਆਕਾਸ਼ ਦੇ ਪਰਮੇਸ਼ਵਰ ਦਾ ਗੁਨਾਹ ਕਰ ਦਿੱਤਾ ਆ, ਮੈਂ ਉਹਦੇ ਕੋਲੋਂ ਨੱਸਿਆ ਆ, ਉਹਦੇ ਕੋਲੋਂ ਭੱਜਿਆ ਆ, ਤੇ ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਛੱਡੋ। ਉਹ ਕਿੱਡਾ ਮਹਾਨ ਪਰਮੇਸ਼ਵਰ ਆ। ਜਦੋਂ ਜੁਨਾਹ ਨੂੰ ਸਮੁੰਦਰ ਦੇ ਵਿੱਚ ਸੁੱਟਿਆ ਤੇ ਇੱਕ ਮੱਛੀ ਠਹਿਰਾ ਦਿੱਤੀ, ਉਸ ਮੱਛੀ ਨੇ ਉਹਨੂੰ ਨਿਗਲ ਲਿਆ, ਫਿਰ ਉਹਨੇ ਜਾ ਕੇ ਉਹਨੂੰ ਇੱਕ ਜਜ਼ੀਰੇ ਉੱਤੇ ਗਲਿਸ਼ ਦਿੱਤਾ। ਫਿਰ ਪਰਮੇਸ਼ਵਰ ਨੇ ਕੀ ਕੀਤਾ ਸੀਗਾ, ਉਸ ਜੁਨਾਹ ਨੂੰ ਨਿਨਵਾ ਦੇ ਵਿੱਚ ਭੇਜਿਆ, ਔਰ ਨਿਨਵਾ ਦੇ ਵਿੱਚ ਜਦੋਂ ਉਹਨੇ ਜਾ ਕੇ ਉਹਨਾਂ ਲੋਕਾਂ ਨੂੰ ਆਖਿਆ ਕਿ ਤੁਹਾਡੀ ਜਿਹੜੀ ਬੁਰਾਈ ਆ ਉਹ ਪਰਮੇਸ਼ਵਰ ਤੱਕ ਪਹੁੰਚ ਚੁੱਕੀ ਆ, ਤੁਹਾਡੇ ਪਾਪ ਪਰਮੇਸ਼ਵਰ ਤੱਕ ਪਹੁੰਚ ਚੁੱਕੇ ਆ, ਹੁਣ ਜਿਹੜਾ ਆਪਣੇ ਨਿਨਵਾ ਸ਼ਹਿਰ ਹੈ ਜਿਹੜਾ 40 ਦਿਨਾਂ ਤੱਕ ਤਬਾਹ ਹੋ ਜਾਵੇਗਾ, ਇਸ ਕਰਕੇ ਤੁਸੀਂ ਉਸ ਪਰਮੇਸ਼ਵਰ ਦੇ ਕੋਲੋਂ ਮਾਫੀ ਮੰਗੋ, ਉਸ ਪਰਮੇਸ਼ਵਰ ਦੇ ਕੋਲੋਂ ਤੁਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗੋ। ਪਰ ਮੇਰੇ ਅਜ਼ੀਜ਼ ਭੈਣ ਭਰਾਵੋ, ਉਹਨਾਂ ਲੋਕਾਂ ਨੇ ਮਾਫੀ ਮੰਗ ਲਈ ਸੀਗੀ ਉਸ ਪਰਮੇਸ਼ਵਰ ਦੇ ਕੋਲੋਂ, ਤੇ ਉਹ ਨਿਨਵਾ ਜਿਹੜਾ ਸ਼ਹਿਰ ਸੀਗਾ ਉਹ ਬਖਸ਼ਿਆ ਗਿਆ ਸੀਗਾ। ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਇਬਾਦਤ ਕਰਦੇ ਨੇ, ਇਬਾਦਤ ਕਰਨ ਤੋਂ ਬਾਅਦ ਉਹ ਆਪਣੀ ਸੋਚ ਦੇ ਵਿੱਚ ਚੱਲਦੇ ਨੇ, ਆਪਣੇ ਕੰਮਾਂ ਦੇ ਵਿੱਚ ਚੱਲਦੇ ਨੇ, ਪਰ ਉਹ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਉਹ ਪਰਮੇਸ਼ਵਰ ਦੀ ਸੋਚ ਦੇ ਅਕੋਰਡਿੰਗ ਨਹੀਂ ਚੱਲਦੇ। ਫਿਰ ਉਹ ਲੋਕ ਜਿਹੜੇ ਪਛਤਾਉਂਦੇ ਨੇ, ਜਿਵੇਂ ਕਿ ਅਸੀਂ ਖੁਦਾ ਦੇ ਕਲਾਮ ਦੇ ਵਿੱਚ ਅਸੀਂ ਪੜ੍ਹਦੇ ਪਏ ਹਾਂ, ਪਰਮੇਸ਼ਵਰ ਦੇ ਵਚਨ ਦੇ ਵਿੱਚ ਅਸੀਂ ਪੜ੍ਹਦੇ ਪਏ ਹਾਂ, ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਆ, ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਵਿਖੇ ਬੋਲਾਂ ਕਿ ਮੈਂ ਉਸ ਨੂੰ ਪੁੱਟ ਸੁੱਟਾਂਗਾ ਜਾਂ ਢਾ ਦਿਆਂਗਾ ਅਤੇ ਨਾਸ਼ ਕਰਾਂਗਾ, ਜੇ ਉਹ ਕੌਮ ਜਿਸ ਦੇ ਵਿਖੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਵੀ ਉਸ ਬਦੀ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਦੇ ਨਾਸ਼ ਕਰਨ ਲਈ ਸੋਚੀ ਸੀਗੀ। ਇਸੇ ਤਰ੍ਹਾਂ ਹੀ ਜਦੋਂ ਪਰਮੇਸ਼ਵਰ ਨੇ ਨਿਨਵਾ ਸ਼ਹਿਰ ਨੂੰ ਨਾਸ਼ ਕਰਨ ਦਾ ਸੋਚਿਆ ਸੀਗਾ, ਪਰ ਜਦੋਂ ਨਿਨਵਾ ਸ਼ਹਿਰ ਦੇ ਵਾਸੀ, ਉਸ ਸ਼ਹਿਰ ਦੇ ਲੋਕ ਜਦੋਂ ਮੰਨ ਗਏ ਸੀਗੇ ਪਰਮੇਸ਼ਵਰ ਦੀ ਗੱਲ, ਤੇ ਪਰਮੇਸ਼ਵਰ ਨੇ ਉਹਨਾਂ ਨੂੰ ਕੀ ਦਿੱਤਾ ਸੀਗਾ, ਬਖਸ਼ ਦਿੱਤਾ ਸੀਗਾ। ਜਦੋਂ ਅਸੀਂ ਯੋਨਾਹ ਦੇ ਵਿੱਚ ਜਾਂਦੇ ਹਾਂ, ਉਹਦਾ 3 ਅਧਿਆਏ ਉਹਦਾ 4 ਵਚਨ ਪੜ੍ਹਦੇ ਹਾਂ, ਉਹਦੇ ਵਿੱਚ ਸਾਨੂੰ ਮਿਲਦਾ ਆ, ਲਿਖਿਆ ਆ ਖੁਦਾ ਦੇ ਕਲਾਮ ਦੇ ਵਿੱਚ ਕੀ ਕਹਿ ਰਿਹਾ, ਪਰਮੇਸ਼ਵਰ ਦਾ ਵਚਨ ਕੀ ਕਹਿ ਰਿਹਾ ਸਾਨੂੰ, ਕਹਿੰਦਾ ਪਰ ਆਦਮੀ ਅਤੇ ਪਸ਼ੂ ਤੱਪੜਾਂ ਨਾਲ ਢੱਕੇ ਹੋਏ ਹੋਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ। ਕੀ ਕਰਨ? ਤਰਲੇ ਕਰਨ। ਅੱਜ ਬਹੁਤ ਸਾਰੇ ਲੋਕ ਨੇ, ਤੁਸੀਂ ਇੱਦਾਂ ਕਰ ਲਓ, ਤੁਸੀਂ ਇੱਦਾਂ ਕਰ ਲਓ, ਤੁਸੀਂ ਉਹ ਕਰ ਲਓ, ਤੁਸੀਂ ਉਹ ਕਰ ਲਓ, ਦੁਨੀਆ ਨੂੰ ਗੁੰਮਰਾਹ ਕਰਨ ਵਾਸਤੇ, ਦੁਨੀਆ ਨੂੰ ਐਵੇਂ ਭੌਂਚਲਾ 'ਚ ਪਾਉਣ ਵਾਸਤੇ ਤੁਸੀਂ ਇਸ ਤਰ੍ਹਾਂ ਕਰ ਲਓ। ਬੜੇ ਸੇਵਕ ਵੀ ਨੇ, ਬੜੇ ਚੁਣੇ ਹੋਏ ਪਰਮੇਸ਼ਵਰ ਦੇ ਦਾਸ ਲੋਕ ਵੀ ਜਿਹੜੇ ਉਹ ਦੁਨੀਆ ਨੂੰ ਐਵੇਂ ਗੁੰਮਰਾਹ ਕਰੀ ਜਾ ਰਹੇ ਨੇ। ਪਰ ਇੱਥੇ ਵੀ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਹਾਂ, ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਹਾਂ, ਜਿਹੜਾ ਸੀਗਾ ਜੁਨਾਹ ਨੇ ਜਾ ਕੇ ਕੀ ਆਖਿਆ ਸੀਗਾ ਨਿਨਵਾ ਦੇ ਲੋਕਾਂ ਨੂੰ, ਨਿਨਵਾ ਦੇ ਵਾਸੀਆਂ ਨੂੰ, ਕਹਿੰਦਾ ਤੁਸੀਂ ਕੀ ਕਰੋ, ਤੱਪੜ ਪਾਓ ਤੇ ਉਸ ਯਹੋਵਾ ਪਿਤਾ ਪਰਮੇਸ਼ਵਰ ਦੇ ਅੱਗੇ ਤਰਲਾ ਮਾਰੋ, ਦੁਹਾਈ ਦਿਓ, ਤਰਲਾ ਮਾਰੋ। ਵੀ ਇਸ ਵਚਨ ਦੇ ਵਿੱਚ ਲਿਖਿਆ, ਤਰਲੇ ਕਰਨ ਸਭ ਕੋਈ ਆਪਣੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ ਮੂੰਹ ਮੋੜਨ, ਕੀ ਜਾਣੀਏ ਜੋ ਪਰਮੇਸ਼ਵਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕਰੋਧ ਤੋਂ ਹਟੇ ਕਿ ਅਸੀਂ ਨਾਸ਼ ਨਾ ਹੋਈਏ। ਜਦ ਪਰਮੇਸ਼ਵਰ ਨੇ ਉਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ,
ਤਦ ਪਰਮੇਸ਼ਵਰ ਉਸ ਬਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਉਹਨਾਂ ਨਾਲ ਕਰੇਗਾ ਅਤੇ ਉਹਨੇ ਉਹ ਨਹੀਂ ਕੀਤਾ। ਬੋਲੇ ਹਾਲੇਲੂਇਆ। ਸੋ ਮੇਰੇ ਅਜ਼ੀਜ਼ ਭੈਣ ਭਰਾਵੋ, ਮੈਂ ਤੁਹਾਨੂੰ ਮੇਰਾ ਇਸ ਅੱਜ ਦੇ ਮੈਸੇਜ ਦਾ, ਅੱਜ ਦੇ ਵਚਨ ਦਾ ਮੇਨ ਟੌਪਿਕ ਹੈ ਕਿ ਜਿਵੇਂ ਮਿੱਟੀ ਘੁਮਿਆਰ ਦੇ ਹੱਥ ਦੇ ਵਿੱਚ ਆ, ਐਵੇਂ ਅਸੀਂ ਵੀ ਪਰਮੇਸ਼ਵਰ ਦੇ ਹੱਥ ਦੇ ਵਿੱਚ ਆ। ਪਰ ਜਿਹੜੇ ਨਿਨਵਾ ਦੇ ਲੋਕ ਸੀਗੇ ਉਹ ਮੰਨੇ, ਉਹਨਾਂ ਨੇ ਮੰਨ ਲਈ ਪਰਮੇਸ਼ਵਰ ਦੀ ਗੱਲ। ਜਦੋਂ ਉਹਨਾਂ ਨੇ ਪਰਮੇਸ਼ਵਰ ਦੀ ਗੱਲ ਮੰਨ ਲਈ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਬਖਸ਼ ਦਿੱਤਾ, ਖੁਦਾ ਯਿਸੂ ਨੇ ਉਹਨਾਂ ਨੂੰ ਬਖਸ਼ ਦਿੱਤਾ। ਇਸੇ ਤਰ੍ਹਾਂ ਸਾਨੂੰ ਵੀ ਉਸ ਪਰਮੇਸ਼ਵਰ ਦੀ ਗੱਲ ਨੂੰ ਮੰਨਣ ਦੀ ਜ਼ਰੂਰਤ ਆ। ਰਾਜਾ ਦਾਊਦ ਕੀ ਕਹਿੰਦਾ ਆ? ਕਹਿੰਦਾ ਮੈਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਹਿਲ ਕਿਹਨੂੰ ਦਿੰਦਾ? ਪਰਮੇਸ਼ਵਰ ਨੂੰ। ਸਾਡਾ ਵੀ ਕੀ ਫਰਜ਼ ਬਣਦਾ ਆ? ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਹਿਲ ਕਿਹਨੂੰ ਦਈਏ? ਪਰਮੇਸ਼ਵਰ ਨੂੰ। ਜਦੋਂ ਅਸੀਂ ਪਰਮੇਸ਼ਵਰ ਨੂੰ ਪਹਿਲ ਦੇ ਕੇ ਚੱਲਾਂਗੇ, ਉਹ ਬੜਾ ਮਹਾਨ ਪਰਮੇਸ਼ਵਰ ਆ, ਉਹ ਬੜਾ ਮੁਕਤੀ ਦਾਤਾ ਆ, ਜੋ ਸਾਡੇ ਉੱਤੇ ਦਇਆ ਕਰੇਗਾ, ਸਾਡੇ ਉੱਤੇ ਰਹਿਮ ਕਰੇਗਾ। ਅੱਗੇ ਇਸ ਕਲਾਮ ਦੇ ਵਿੱਚ ਲਿਖਿਆ, ਅਤੇ ਜੇ ਕਿਸੇ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਵਿਖੇ ਬੋਲਾਂ ਕਿ ਉਸ ਨੂੰ ਬਣਾਵਾਂਗਾ ਅਤੇ ਲਾਵਾਂਗਾ, ਜੇ ਉਹ ਮੇਰੀ ਨਿਗਾਹ ਵਿੱਚ ਬੁਰਾਈ ਕਰੇ ਅਤੇ ਮੇਰੀ ਆਵਾਜ਼ ਨਾ ਸੁਣੇ, ਤਾਂ ਮੈਂ ਵੀ ਉਸ ਦੀ ਭਲਾਈ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਨਾਲ ਭਲਾਈ ਕਰਨ ਲਈ ਆਖਿਆ ਸੀਗਾ। ਬੋਲੇ ਹਾਲੇਲੂਇਆ। ਸੋ ਪਰਮੇਸ਼ਰ ਕੀ ਕਹਿ ਰਿਹਾ? ਕਹਿੰਦਾ ਕਿ ਜੇ ਮੈਂ ਕਿਸੇ ਬੰਦੇ ਵੱਲੋਂ ਜਾਂ ਕਿਸੇ ਘਰਾਣੇ ਵੱਲੋਂ ਮੈਂ ਭਲਾਈ ਕਰਨ ਵਾਸਤੇ ਆਖਿਆ ਆ, ਤੇ ਜੇ ਉਹ ਬੁਰਾਈ ਕਰੇਗਾ ਤੇ ਮੈਂ ਉਹਨੂੰ ਕਦੇ ਵੀ ਮਾਫ ਨਹੀਂ ਕਰਾਂਗਾ, ਮੈਂ ਉਹਨੂੰ ਕਦੇ ਵੀ ਛੱਡਾਂਗਾ ਨਹੀਂ, ਮੈਂ ਉਹਨੂੰ ਕਦੇ ਵੀ ਬਖਸ਼ਾਂਗਾ ਨਹੀਂ। ਇਸ ਕਰਕੇ ਮੇਰੇ ਅਜ਼ੀਜ਼ੋ, ਸਾਨੂੰ ਕੀ ਕਰਨ ਦੀ ਚਾਹੀਦੀ ਆ? ਪਰਮੇਸ਼ਰ ਦੀ ਇਬਾਦਤ। ਬਹੁਤ ਸਾਰੇ ਘਰਾਣੇ ਨੇ ਜਿਹੜੇ ਪਰਮੇਸ਼ਰ ਨੇ ਚੁਣੇ ਹੋਏ ਨੇ, ਪਰ ਉਹਨਾਂ ਘਰਾਣਿਆਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਪਰਸਨ ਵੀ ਹੁੰਦੇ ਨੇ, ਕਈ ਇਸ ਤਰ੍ਹਾਂ ਦੇ ਜੀਵ ਵੀ ਹੁੰਦੇ ਨੇ ਜਿਹੜੇ ਪਰਮੇਸ਼ਵਰ ਵਾਲੇ ਪਾਸੇ ਧਿਆਨ ਨਹੀਂ ਕਰਦੇ। ਉਹਨਾਂ ਦਾ ਪਰਮੇਸ਼ਵਰ ਵਾਲੇ ਪਾਸੇ ਨਾ ਧਿਆਨ ਕਰਨ ਕਰਕੇ ਘਰ ਦੇ ਵਿੱਚ ਕੀ ਹੁੰਦੀ ਆ? ਡਿਸਟਰਬਿੰਗ ਆਉਂਦੀ ਆ, ਘਰ ਦੇ ਵਿੱਚ ਕੀ ਆਉਂਦੀ ਆ? ਪਰੇਸ਼ਾਨੀ ਆਉਂਦੀ ਆ, ਘਰ ਦੇ ਵਿੱਚ ਔਂਕੜਾਂ ਆਉਂਦੀਆਂ, ਘਰ ਦੇ ਵਿੱਚ ਤਕਲੀਫਾਂ ਆਉਂਦੀਆਂ, ਪਰਿਵਾਰ ਘਰਾਣੇ ਦੇ ਉੱਤੇ ਦੁੱਖ ਆਉਂਦੇ ਨੇ। ਪਰ ਜਦੋਂ ਅਸੀਂ ਸਾਰਾ ਘਰਾਣਾ, ਸਾਰਾ ਪਰਿਵਾਰ ਰੂਹ ਤੇ ਸੱਚਾਈ ਨਾਲ ਰੱਬ ਵਾਲੇ ਪਾਸੇ ਮੁੜਾਂਗੇ ਤੇ ਰੱਬ ਸਾਡੇ ਉੱਤੇ ਦਇਆ ਕਰੇਗਾ, ਪਰਮੇਸ਼ਰ ਸਾਡੇ ਉੱਤੇ ਦਇਆ ਕਰੇਗਾ। ਕਿਉਂਕਿ ਇਸ ਵਚਨ ਦੇ ਵਿੱਚ ਲਿਖਿਆ ਆ, ਜੇ ਉਹ ਮੇਰੀ ਨਿਗਾਹ ਵਿੱਚ ਬੁਰਾਈ ਕਰੇ ਤੇ ਮੇਰੀ ਆਵਾਜ਼ ਨਾ ਸੁਣੇ, ਤਾਂ ਮੈਂ ਉਸ ਦੀ ਭਲਾਈ ਜਿਹੜੀ ਮੈਂ ਭਲਾਈ ਉਹਦੇ ਵਾਸਤੇ ਸੋਚੀ ਸੀਗੀ ਪਛਤਾਵਾਂਗਾ, ਜਿਹੜੀ ਮੈਂ ਉਸ ਨਾਲ ਭਲਾਈ ਕਰਨ ਲਈ ਆਖਿਆ ਸੀਗਾ। ਜਦੋਂ ਅਸੀਂ ਜਾਂਦੇ ਹਾਂ ਖੁਦਾ ਦੇ ਕਲਾਮ ਦੇ ਵਿੱਚ, ਹਿਜਕੀਏਲ ਵਿੱਚ ਜਾਂਦੇ 33 ਬਾਪ ਉਹਦਾ 18 ਐਤ ਵਿੱਚ ਲਿਖਿਆ ਦਾ 18 ਵਚਨ ਦੇ ਵਿੱਚ ਲਿਖਿਆ 18 ਹਿਜਕੀਏਲ ਦੇ ਵਿੱਚ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਦਾ 13 ਵਚਨ ਦੇ ਵਿੱਚ ਲਿਖਿਆ, ਕਹਿੰਦਾ ਜੇਕਰ ਧਰਮੀ ਆਪਣੇ ਧਰਮ ਤੋਂ ਮੁੜੇ ਤੇ ਬਦੀ ਕਰੇ ਤਾਂ ਉਹ ਉਸ ਦੇ ਵਿੱਚ ਮਰੇਗਾ। ਹਾਲੇਲੂਇਆ। ਅਸੀਂ ਇੱਕ ਕਵਾਲੀ ਬੋਲਦੇ ਹੁੰਦੇ ਆ, ਕਹਿੰਦਾ ਤੋਬਾ ਨਾ, ਜੇਕਰ ਜਿੱਦ ਹੈ ਤੋਬਾ ਨਾ ਕਰਾਂਗੇ, ਗੁਨਾਹ ਦੀ ਸਜ਼ਾ ਮੌਤ ਹੈ ਤੇ ਗੁਨਾਹ ਵਿੱਚ ਹੀ ਮਰਾਂਗੇ। ਇਸ ਵਚਨ ਦੇ ਵਿੱਚ ਲਿਖਿਆ, ਜੇਕਰ ਧਰਮੀ ਆਪਣੇ ਧਰਮ ਤੋਂ ਮੁੜੇ ਤੇ ਬਦੀ ਕਰੇ ਤਾਂ ਉਹ ਉਸ ਦੇ ਵਿੱਚ ਹੀ ਮਰੇਗਾ। ਇਸ ਕਰਕੇ ਮੇਰੇ ਅਜ਼ੀਜ਼ੋ, ਕਈ ਵਾਰੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਸਟਾਰਟਿੰਗ ਦੇ ਵਿੱਚ ਕਿ ਪਰਮੇਸ਼ਵਰ ਦੀ ਇੱਕ ਯੋਜਨਾ ਆ, ਪਰਮੇਸ਼ਵਰ ਦੀ ਇੱਕ ਸੋਚ ਹੈ ਕਿ ਜੇ ਇਨਸਾਨ ਕੋਈ ਗਲਤ ਹੋ ਵੀ ਗਿਆ ਆ, ਫਿਰ ਵੀ ਪਰਮੇਸ਼ਵਰ ਦੀ ਯੋਜਨਾ ਕਿ ਉਹਦੀ ਲਾਈਫ, ਉਹਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਇੱਕ ਮੈਂ ਰਾਹ ਖੋਲਾਂ ਦੀ ਜ਼ਿੰਦਗੀ ਵਿੱਚ, ਨਵਾਂ ਆਕਾਰ ਦੇਵਾਂ ਦੀ ਜ਼ਿੰਦਗੀ ਨੂੰ, ਨਵਾਂ ਮੈਂ ਰਾਹ ਖੋਲਾਂ ਦੀ ਲਾਈਫ ਦੇ ਵਿੱਚ। ਪਰ ਮੇਰੇ ਅਜ਼ੀਜ਼ ਭੈਣ ਭਰਾਵੋ, ਜਦੋਂ ਅਸੀਂ ਆਪਣੀ ਬਦੀ ਤੋਂ ਮੁੜਦੇ ਨਹੀਂ ਆ, ਆਪਣੀ ਬਦੀ ਤੋਂ ਹਟਦੇ ਨਹੀਂ ਆ, ਫਿਰ ਉਹ ਪਰਮੇਸ਼ਵਰ ਜਿਹੜਾ ਆ, ਉਹ ਪਰਮੇਸ਼ਵਰ ਫਿਰ ਸਾਨੂੰ ਇਸ ਧਰਤੀ ਤੋਂ ਮਿਟਾ ਦੇਵੇਗਾ। ਫਿਰ ਉਹ ਖੁਦਾ ਯਿਸੂ ਮਸੀਹ, ਉਹ ਯਹੋਵਾ ਪਿਤਾ ਪਰਮੇਸ਼ਰ ਜਿਹੜਾ ਆ, ਸਾਡੀ ਜਿਹੜੀ ਬਦੀ ਉਹਦੇ ਤੱਕ ਪਹੁੰਚੇਗੀ, ਜੋ ਸਾਡੀ ਬਦੀ, ਸਾਡੇ ਗੁਨਾਹ ਉਹਦੇ ਤੱਕ ਪਹੁੰਚਣਗੇ, ਉਹ ਪਰਮੇਸ਼ਵਰ ਜਿਹੜਾ ਆ ਫਿਰ ਸਾਨੂੰ ਇਸ ਧਰਤੀ ਦੇ ਤੋਂ ਮਿਟਾ ਦੇਵੇਗਾ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਪਰਮੇਸ਼ਰ ਦੀ ਇਬਾਦਤ ਕਰਨ ਦੀ ਜ਼ਰੂਰਤ ਹੈ, ਪਰਮੇਸ਼ਰ ਦੀ ਉਪਾਸਨਾ ਕਰਨ ਦੀ ਜ਼ਰੂਰਤ ਹੈ। ਜੇ ਮੈਂ ਵਚਨ ਦੀ ਗੱਲ ਕਰਾਂ ਤੇ ਪਰਮੇਸ਼ਰ ਦਾ ਵਚਨ ਬਹੁਤ ਕੁਛ ਸਿਖਾਉਂਦਾ ਆ ਸਾਨੂੰ, ਪਰਮੇਸ਼ਰ ਦਾ ਕਲਾਮ ਸਾਨੂੰ ਬਹੁਤ ਕੁਛ ਸਿਖਾਉਂਦਾ ਆ, ਪਰਮੇਸ਼ਰ ਦਾ ਵਚਨ ਸਾਨੂੰ ਬਹੁਤ ਕੁਛ ਦੱਸਦਾ ਆ। ਪਰ ਮੈਂ ਕਹਿੰਦਾ ਕਿ ਮੇਰੇ ਅਜ਼ੀਜ਼ੋ, ਸਾਨੂੰ ਯਾਦ ਰੱਖਣ ਦੀ ਜ਼ਰੂਰਤ ਆ, ਸਾਨੂੰ ਯਾਦ ਰੱਖਣ ਦੀ ਜ਼ਰੂਰਤ ਆ ਕਿ ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਆ, ਉੱਦਾਂ ਅਸੀਂ ਵੀ ਕਿਹਦੇ ਹੱਥ ਵਿੱਚ ਆ? ਉਸ ਪਰਮੇਸ਼ਵਰ ਦੇ ਹੱਥ ਵਿੱਚ। ਅੱਗੇ ਖੁਦਾ ਦੇ ਕਲਾਮ ਦੇ ਵਿੱਚ ਕੀ ਲਿਖਿਆ ਆ? ਕਹਿੰਦਾ ਹੁਣ ਯਹੂਦਾ ਦੇ ਮਨੁੱਖੋ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਆਖ ਕਿ ਯਹੋਵਾ ਇਉਂ ਫਰਮਾਉਂਦਾ ਹੈ, ਵੇਖ ਮੈਂ ਤੁਹਾਡੇ ਵਿਰੁੱਧ ਇੱਕ ਬੁਰਾਈ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਮਤਾ ਸੋਚ ਰਿਹਾ ਹਾਂ। ਤੁਸੀਂ ਸਾਰੇ ਆਪਣੇ ਬੁਰੇ ਰਾਹ ਤੋਂ ਮੁੜੋ ਅਤੇ ਆਪਣੇ ਰਾਹ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ। ਹਾਲੇਲੂਇਆ। ਪਰਮੇਸ਼ਰ ਕੀ ਕਹਿ ਰਿਹਾ ਆ? ਕਹਿੰਦਾ ਜੇ ਤੁਸੀਂ ਬੁਰਾਈ ਤੋਂ ਨਾ ਮੁੜੋਗੇ, ਆਪਣੇ ਮਾੜੇ ਕੰਮ ਨਾ ਛੱਡੋਗੇ,
ਆਪਣੇ ਰਾਹਾਂ ਨੂੰ ਨਹੀਂ ਬਦਲੋਗੇ, ਬੁਰਾਈ ਵਾਲੇ ਪਾਸਿਓਂ ਨਹੀਂ ਮੁੜੋਗੇ, ਤੇ ਕਹਿੰਦਾ ਫਿਰ ਮੈਂ ਵੀ ਤੁਹਾਡੇ ਵਾਸਤੇ ਇੱਕ ਬੁਰਾਈ ਸੋਚ ਕੇ ਰੱਖੀ ਹੋਈ ਆ। ਮੈਂ ਵੀ ਫਿਰ ਤੁਹਾਡੇ ਵਾਸਤੇ ਇੱਕ ਮੈਂ ਬੁਰਾਈ, ਜੇ ਤੁਸੀਂ ਨਹੀਂ ਮੁੜੋਗੇ, ਕਿਉਂਕਿ ਪ੍ਰਭੂ ਯਿਸੂ ਮਸੀਹ ਸਾਡਾ ਜਿਹੜਾ ਆ ਉਹ ਜ਼ਿੰਦਗੀ ਦੇ ਨਾਲ ਪਰਮੇਸ਼ਰ ਆ। ਖੁਦਾ ਦੇ ਨਿਊ ਟੈਸਟਾਮਨੀ ਦੇ ਵਿੱਚ ਲਿਖਿਆ ਰਾਹ ਜੀਵਨ ਤੇ ਸੱਚਾਈ ਮੈਂ ਆ, ਰਾਹ ਜੀਵਨ ਤੇ ਸੱਚਾਈ ਮੈਂ ਆ। ਮੇਰੇ ਅਜ਼ੀਜ਼ ਭੈਣ ਭਰਾਵੋ, ਜਿਹੜਾ ਅਸੀਂ ਕਲਾਮ ਪੜ੍ਹਦੇ ਪਏ ਆ, ਉਦੋਂ ਸ਼ਰ੍ਹਾ ਦਾ ਟਾਈਮ ਸੀਗਾ, ਸ਼ਰ੍ਹਾ ਦੇ ਮਤੇਤ ਇਹ ਵਚਨ। ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ, ਪਹਿਲਾਂ ਸ਼ਰ੍ਹਾ ਦਾ ਯੁੱਗ ਸੀਗਾ, ਹੁਣ ਕਿਰਪਾ ਦਾ ਯੁੱਗ ਆ। ਪ੍ਰਭੂ ਯਿਸੂ ਮਸੀਹ ਕਿਰਪਾ ਕਰਨ ਵਾਸਤੇ ਸਾਡੇ ਉੱਤੇ ਆਏ ਨੇ। ਪ੍ਰਭੂ ਯਿਸੂ ਮਸੀਹ ਸਾਡੇ ਉੱਤੇ ਦਇਆ ਕਰਨ ਵਾਸਤੇ ਆਏ ਨੇ। ਪ੍ਰਭੂ ਯਿਸੂ ਮਸੀਹ ਸਾਨੂੰ ਸ਼ਾਂਤੀ ਦੇਣ ਵਾਸਤੇ ਆਏ ਨੇ। ਪਰ ਸ਼ਾਂਤੀ ਕਿਵੇਂ ਮਿਲੂਗੀ, ਕਿਰਪਾ ਕਿੱਦਾਂ ਹੋਵੇਗੀ ਸਾਡੇ ਉੱਤੇ, ਜੇ ਅਸੀਂ ਆਪਣਾ ਜੀਵਨ ਪਰਮੇਸ਼ਰ ਨੂੰ ਦੇਵਾਂਗੇ, ਜੇ ਆਪਣੀ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਾਂਗੇ, ਫਿਰ ਸਾਡੇ ਉੱਤੇ ਆਸ਼ੀਸ਼ ਤੇ ਬਰਕਤ ਆਵੇਗੀ। ਸੋ ਮੈਂ ਤੁਹਾਡੇ ਵਾਸਤੇ ਪੜ੍ਹਨ ਵਾਸਤੇ ਜਾ ਰਿਹਾ ਹਾਂ ਦੂਸਰਾ ਰਾਜਾ, ਉਹਦਾ 17 ਅਧਿਆਏ, ਉਹਦੀ 13 ਤੋਂ 15 ਤੱਕ ਪੜ੍ਹਨ ਵਾਸਤੇ ਜਾ ਰਿਹਾ ਮੈਂ ਤੁਹਾਡੇ ਵਾਸਤੇ। ਮੈਂ ਇਸ ਟੌਪਿਕ ਨੂੰ ਖਤਮ ਕਰਨ ਵਾਸਤੇ ਜਾ ਰਿਹਾ ਹਾਂ। ਦੂਸਰਾ ਰਾਜਾ ਉਹਦਾ 17 ਅਧਿਆਏ, ਉਹਦਾ 13 ਵਚਨ ਤੋਂ ਸ਼ੁਰੂ ਕਰਾਂਗੇ। ਕੀ ਕਹਿ ਰਿਹਾ ਇੱਥੇ ਪਰਮੇਸ਼ਵਰ, ਯਹੋਵਾ ਕੀ ਕਹਿ ਰਿਹਾ? ਅਤੇ ਯਹੋਵਾ ਸਾਰੇ ਨਬੀਆਂ ਤੇ ਸਾਰੇ ਗੈਬੀਨਾਂ ਦੇ ਰਾਹੀਂ ਇਹ ਕਹਿ ਕੇ ਇਜ਼ਰਾਈਲ ਤੇ ਯਹੂਦਾ ਨੂੰ ਚਿਤਾਰਦਾ ਰਿਹਾ ਕਿ ਆਪਣੀਆਂ ਭੈੜਿਆਂ ਰਾਹਾਂ ਤੋਂ ਮੁੜੋ ਅਤੇ ਉਸ ਸਾਰੀ ਵਿਵਸਥਾ ਦੇ ਅਨੁਸਾਰ ਜਿਸ ਦੀ ਆਗਿਆ ਮੈਂ ਤੁਹਾਡੇ ਪਿਓ ਦਾਦਿਆਂ ਨੂੰ ਦਿੱਤੀ ਅਤੇ ਜਿਸ ਨੂੰ ਮੈਂ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਤੁਹਾਡੇ ਕੋਲ ਘੱਲਿਆ, ਮੇਰਿਆਂ ਹੁਕਮਾਂ ਤੇ ਵਿਧੀਆਂ ਨੂੰ ਮੰਨੋ। ਤਾਂ ਵੀ ਉਹਨਾਂ ਨੇ ਕੰਨ ਨਾ ਲਾਇਆ, ਸਗੋਂ ਆਪਣੇ ਪਿਓ ਦਾਦਿਆਂ ਵਾਂਗੂ ਜਿਨ੍ਹਾਂ ਯਹੋਵਾ ਪਰਮੇਸ਼ਵਰ ਤੇ ਨਿਹਚਾ ਨਾ ਕੀਤੀ ਢੀਠ ਹੋ ਗਏ। ਪਰ ਉਹਦੀਆਂ ਵਿਧੀਆਂ ਨੂੰ ਅਤੇ ਉਸ ਨੇਮ ਨੂੰ ਜੋ ਉਸ ਨੇ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਦਾ ਸੀ ਅਤੇ ਉਹਦੀਆਂ ਸਾਖੀਆਂ ਨੂੰ ਜੋ ਉਸ ਨੇ ਉਹਨਾਂ ਨੂੰ ਸੰਭਾਲੀਆਂ ਸਨ, ਉਹਨਾਂ ਨੇ ਰੱਦ ਅਤੇ ਨਕੰਮੀਆਂ ਵਸਤੂਆਂ ਦੇ ਪਿੱਛੇ ਲੱਗ ਕੇ ਨਕੰਮੇ ਹੋ ਗਏ ਅਤੇ ਆਪਣੇ ਆਲੇ ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ, ਜਿਨ੍ਹਾਂ ਦੇ ਵਿਖੇ ਯਹੋਵਾ ਨੇ ਉਹਨਾਂ ਨੂੰ ਪੱਕੀ ਕੀਤੀ ਸੀ ਕਿ ਉਹਨਾਂ ਵਾਂਗੂ ਕੰਮ ਨਾ ਕਰਿਓ। ਹਾਲੇਲੂਇਆ। ਸੋ ਮੇਰੇ ਅਜ਼ੀਜ਼ ਭੈਣ ਭਰਾਵੋ, ਪਰਮੇਸ਼ਵਰ ਨੇ, ਯਹੋਵਾ ਨੇ, ਖੁਦਾਵੰਦ ਯਿਸੂ ਮਸੀਹ ਨੇ ਕੀ ਆਖਿਆ? ਕਹਿੰਦਾ ਕਿ ਤੁਸੀਂ ਆਪਣੇ ਨਬੀਆਂ ਦੇ ਰਾਹੀਂ, ਆਪਣੇ ਸੇਵਕਾਂ ਦੇ ਰਾਹੀਂ ਤੁਹਾਡੇ ਪਿਓ ਦਾਦਿਆਂ ਨੂੰ ਵੀ ਮੈਂ ਆਪਣੀਆਂ ਵਿਧੀਆਂ ਤੇ ਕਾਨੂੰਨ ਦਿੱਤੇ ਸੀਗੇ, ਤੁਹਾਨੂੰ ਵੀ ਦਿੱਤੇ। ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਮੰਨੀ, ਉਸ ਤਰ੍ਹਾਂ ਤੁਸੀਂ ਨਹੀਂ ਮੰਨੀ। ਤੁਸੀਂ ਉਹਨਾਂ ਕੌਮਾਂ, ਉਹਨਾਂ ਲੋਕਾਂ ਦੇ ਮਗਰ ਲੱਗ ਗਏ ਜਿਨ੍ਹਾਂ ਦੇ ਮਗਰ ਲੱਗਣ ਤੋਂ ਮੈਂ ਤੁਹਾਨੂੰ ਮਨਾ ਕੀਤਾ ਸੀਗਾ। ਅੱਜ ਸਮਾਂ ਆ ਸਾਡੇ ਕੋਲ, ਅੱਜ ਸਾਡੇ ਕੋਲ ਟਾਈਮ ਹੈ, ਜਿਹੜੇ ਸਾਡੇ ਕੋਲ ਗੁਨਾਹ ਹੋਏ ਦੇ ਨੇ ਜਾਂ ਜਿਹੜੇ ਸਾਡੇ ਕੋਲ ਬੁਰਾਈ ਹੋਈ ਦੀ ਆ, ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਉਸ ਪਰਮੇਸ਼ਵਰ ਖੁਦਾਵੰਦ ਯਿਸੂ ਮਸੀਹ ਦੇ ਕੋਲੋਂ ਮਾਫੀ ਮੰਗਣ ਦੀ ਜ਼ਰੂਰਤ ਆ। ਉਸ ਪਰਮੇਸ਼ਰ ਦੇ ਵਿੱਚ ਆਪਣੇ ਆਪ ਨੂੰ ਢਾਲਣ ਦੀ ਜ਼ਰੂਰਤ ਆ। ਜਦੋਂ ਅਸੀਂ ਆਪਣੇ ਆਪ ਨੂੰ ਉਸ ਖੁਦਾ ਯਿਸੂ ਮਸੀਹ ਦੇ ਵਿੱਚ ਢਾਲਾਂਗੇ ਤੇ ਉਹ ਖੁਦਾ ਯਿਸੂ ਮਸੀਹ ਸਾਡੇ ਉੱਤੇ ਦਇਆ ਕਰੇਗਾ। ਉਹ ਪਰਮੇਸ਼ਰ ਸਾਡੇ ਉੱਤੇ ਬੜੀ ਕਰੁਣਾ ਕਰੇਗਾ, ਸਾਡੇ ਉੱਤੇ ਵੱਡਾ ਫਜ਼ਲ ਕਰੇਗਾ। ਜੇ ਅਸੀਂ ਨਹੀਂ ਉਸ ਪਰਮੇਸ਼ਰ ਦੀ ਇਬਾਦਤ ਕਰਾਂਗੇ, ਨਹੀਂ ਉਸ ਪਰਮੇਸ਼ਰ ਦੀ ਗੱਲ ਨੂੰ ਮੰਨਾਂਗੇ, ਤੇ ਫਿਰ ਉਹ ਪਰਮੇਸ਼ਰ, ਜਦੋਂ ਅਸੀਂ ਇਹਦਾ 17 ਵਚਨ ਪੜ੍ਹਦੇ ਹਾਂ, ਇਹਦਾ ਯਰਮੀਆ ਦਾ 18 ਦਾ 17 ਵਚਨ ਪੜ੍ਹਦੇ ਹਾਂ, ਉਹਦੇ ਵਿੱਚ ਕੀ ਲਿਖਿਆ? ਕਹਿੰਦਾ ਮੈਂ ਉਹਨਾਂ ਨੂੰ ਪੂਰੇ ਦੀ ਹਵਾ ਵਾਂਗੂ ਵੈਰੀਆਂ ਦੇ ਕੇ ਖਿਲਾਰ ਦਿਆਂਗਾ, ਮੈਂ ਉਹਨਾਂ ਨੂੰ ਬਿਪਤਾ ਦੇ ਦਿਨ ਆਪਣੀ ਪਿੱਠ ਵਿਖਾਵਾਂਗਾ, ਮੂੰਹ ਨਹੀਂ ਵਿਖਾਵਾਂਗਾ। ਹਾਲੇਲੂਇਆ। ਯਰਮੀਆ ਜਿਹੜਾ ਆ ਉਹਨੂੰ ਪਰਮੇਸ਼ਰ ਜਿਹੜਾ ਗੱਲ ਕਰ ਰਿਹਾ, ਪਰਮੇਸ਼ਰ ਉਹਦੇ ਨਾਲ ਕਹਿੰਦਾ ਕਿ ਮੈਂ ਇਹਨਾਂ ਇਜ਼ਰਾਈਲੀਆਂ ਨੂੰ ਤੇ ਯਹੂਦਾ ਦੇ ਵਾਸੀਆਂ ਨੂੰ ਮੈਂ ਕੀ ਕਰਾਂਗਾ? ਇਹਨਾਂ ਦੀ ਬੁਰਾਈ ਦੇ ਕਰਕੇ ਮੈਂ ਇਹਨਾਂ ਨੂੰ ਪਿੱਠ ਦਿਖਾਵਾਂਗਾ, ਇਹਨਾਂ ਨੂੰ ਮੂੰਹ ਨਹੀਂ ਦਿਖਾਵਾਂਗਾ। ਅੱਜ ਵੀ ਬਹੁਤ ਸਾਰੇ ਲੋਕ ਨੇ, ਅੱਜ ਵੀ ਬਹੁਤ ਸਾਰੀਆਂ ਕਲੀਸਿਆਵਾਂ ਦੇ ਵਿੱਚ ਪਾਸਟਰ ਲੋਕ ਜਿਹੜੇ ਸਮਝਾ ਰਹੇ ਨੇ, ਉਹਨਾਂ ਨੂੰ ਬਹੁਤ ਬਰੀਕੀ ਨਾਲ ਸਮਝਾ ਰਹੇ ਨੇ, ਬਹੁਤ ਤਰੀਕੇ ਨਾਲ ਸਮਝਾ ਰਹੇ ਨੇ। ਉਹ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ? ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਏਗਾ। ਪਰਮੇਸ਼ਰ ਇਸ ਤਰ੍ਹਾਂ ਕਹਿ ਰਿਹਾ, ਖੁਦਾ ਯਿਸੂ ਮਸੀਹ ਸਾਨੂੰ ਇਸ ਤਰ੍ਹਾਂ ਸਮਝਾ ਰਿਹਾ ਆ, ਇਸ ਤਰ੍ਹਾਂ ਸਾਨੂੰ ਕਰਨ ਦੀ ਜ਼ਰੂਰਤ ਹੈ, ਸਾਡਾ ਸੁਭਾਅ ਪਰਮੇਸ਼ਰ ਵਰਗਾ ਹੋਵੇ। ਮਤਲਬ ਕਾਫੀ ਡੀਪਲੀ, ਕਾਫੀ ਤਰੀਕੇ ਨਾਲ ਪਾਸਟਰ ਸਾਹਿਬਾਨ ਲੋਕ ਜਿਹੜੇ ਸਮਝਾ ਰਹੇ ਨੇ। ਪਰ ਕਲੀਸਿਆਵਾਂ ਜਿਹੜੀਆਂ ਨੇ, ਚੰਦ ਲੋਕ ਜਿਹੜੇ ਸੁਣਦੇ ਨੇ, ਕੁਝ ਲੋਕ ਸੁਣਦੇ ਨੇ ਤੇ ਕੁਝ ਲੋਕ ਸੁਣ ਕੇ ਵੀ ਉਹਨੂੰ ਕੀ ਕਰਦੇ? ਅਣਸੁਣਾ ਕਰਦੇ ਨੇ। ਪਰ ਜਿਹੜੇ ਅਣਸੁਣਾ ਕਰਨਗੇ, ਪਰਮੇਸ਼ਰ ਵੀ ਉਹਨਾਂ ਨੂੰ ਆਪਣਾ ਮੂੰਹ ਨਹੀਂ ਵਿਖਾਵੇਗਾ, ਉਹਨਾਂ ਨੂੰ ਪਿੱਠ ਵਿਖਾਵੇਗਾ। ਹਾਲੇਲੂਇਆ। ਇਸ ਕਰਕੇ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਆ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਆ, ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਆ ਕਿ ਮੈਂ ਤੁਹਾਨੂੰ ਕੀ ਕਰਾਂਗਾ? ਇਸ ਧਰਤੀ ਤੋਂ ਮਿਟਾ ਦੇਵਾਂਗਾ। ਜੇ ਤੁਸੀਂ ਇਬਾਦਤ ਰੂਹ ਤੇ ਸੱਚਾਈ ਦੇ ਨਾਲ ਨਹੀਂ ਕਰੋਗੇ, ਮੈਂ ਤੁਹਾਨੂੰ ਇਸ ਧਰਤੀ ਤੋਂ ਮਿਟਾ ਦੇਵਾਂਗਾ। ਮੇਰੇ ਅਜ਼ੀਜ਼ ਭੈਣ ਭਰਾਵੋ, ਮਰਨਾ ਤੇ ਅਸੀਂ ਸਾਰਿਆਂ ਨਹੀਂ ਆ।
ਮੈਂ ਵੀ ਮਰਨਾ ਆ, ਤੁਸੀਂ ਵੀ ਮਰਨਾ, ਸਾਰਿਆਂ ਨੇ ਮਰਨਾ, ਪਰ ਮਰਨ ਤੋਂ ਪਹਿਲਾਂ ਅਸੀਂ ਆਪਣਾ ਜੀਵਨ ਪਰਮੇਸ਼ਵਰ ਨੂੰ ਦੇ ਦਈਏ, ਆਪਣੇ ਆਪ ਨੂੰ ਉਸ ਪਰਮੇਸ਼ਵਰ ਦੇ ਹੱਥ ਵਿੱਚ ਕਰ ਦਈਏ, ਆਪਣੇ ਆਪ ਨੂੰ ਉਸ ਪਰਮੇਸ਼ਵਰ ਨੂੰ ਸਮਰਪਿਤ ਕਰ ਦਈਏ, ਆਪਣੇ ਆਪ ਨੂੰ ਉਸ ਪਰਮੇਸ਼ਵਰ ਦੇ ਹਵਾਲੇ ਕਰ ਦਈਏ। ਕਿਉਂਕਿ ਖੁਦਾ ਯਿਸੂ ਮਸੀਹ ਦੇ ਕਲਾਮ ਦੇ ਵਿੱਚ ਲਿਖਿਆ ਆ, ਪਰਮੇਸ਼ਵਰ ਦਾ ਦਾਸ ਕੀ ਕਹਿ ਰਿਹਾ ਪੌਲਸ, ਕਹਿੰਦਾ ਮਰਨਾ ਮੇਰੇ ਵਾਸਤੇ ਕੀ ਆ, ਲਾਭ ਆ, ਤੇ ਜਿਉਣਾ ਮੇਰੇ ਵਾਸਤੇ ਮਸੀਹ ਆ। ਜੇ ਅਸੀਂ ਕਹਿੰਦਾ ਜੇ ਮੈਂ ਮਰ ਜਾਵਾਂਗਾ ਤਾਂ ਪਰਮੇਸ਼ਵਰ ਦੇ ਕੋਲ ਪਹੁੰਚ ਜਾਵਾਂਗਾ, ਜੇ ਮੈਂ ਜਿਉਂਦਾ ਰਹਿਣਾ ਆ ਤਾਂ ਮਸੀਹ ਦੀ ਇਬਾਦਤ ਵਿੱਚ ਲੱਗਾ ਰਹਿਣਾ ਆ। ਇਸ ਕਰਕੇ ਮੇਰੇ ਅਜ਼ੀਜ਼ ਭੈਣ ਭਰਾਵੋ, ਮਸੀਹ ਕਹਿੰਦਾ ਜਿਹੜੇ ਲੋਕ ਮਸੀਹ ਵਿੱਚ ਹੋ ਕੇ ਮਰਦੇ ਨੇ, ਉਹ ਮਰਦੇ ਨਹੀਂ ਬਲਕਿ ਸੌਂ ਜਾਂਦੇ ਨੇ। ਇੱਕ ਦਿਨ ਸਾਡਾ ਪਰਮੇਸ਼ਵਰ ਆਵੇਗਾ ਤੇ ਸਾਨੂੰ ਆਪਣੇ ਨਾਲ ਲੈ ਕੇ ਸਵਰਗ ਨੂੰ ਚਲਾ ਜਾਵੇਗਾ। ਇਸ ਕਰਕੇ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਆ ਕਿ ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਆ, ਉਵੇਂ ਅਸੀਂ ਵੀ ਉਸ ਪਰਮੇਸ਼ਵਰ ਦੇ ਹੱਥ ਵਿੱਚ ਆ। ਇਸ ਕਰਕੇ ਮੇਰੇ ਅਜ਼ੀਜ਼ ਭੈਣ ਭਰਾਵੋ, ਪਰਮੇਸ਼ਵਰ ਜਿਹੜਾ ਉਹ ਮਹਾਨ ਪਰਮੇਸ਼ਵਰ ਆ, ਸਮੇਂ ਆ ਚੁੱਕੇ ਨੇ, ਸਮੇਂ ਚੱਲ ਰਹੇ ਨੇ। ਪਰਮੇਸ਼ਵਰ ਨੇ ਕੁਝ ਜਿਹੜੀਆਂ ਗੱਲਾਂ ਪਰਮੇਸ਼ਵਰ ਦੀਆਂ ਪੂਰੀਆਂ ਹੋ ਚੁੱਕੀਆਂ ਨੇ, ਕੁਝ ਪੂਰੀਆਂ ਹੋ ਰਹੀਆਂ ਨੇ, ਤੇ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਹੋ ਜਾਣਗੀਆਂ। ਪਰ ਸਾਨੂੰ ਵੱਧ ਤੋਂ ਵੱਧ ਭਗਤੀ ਕਰਨ ਦੀ ਜ਼ਰੂਰਤ ਹੈ, ਸਾਨੂੰ ਇਬਾਦਤ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਰੂਹ ਤੇ ਸੱਚਾਈ ਦੇ ਨਾਲ ਚੱਲਾਂਗੇ, ਰੂਹ ਤੇ ਸੱਚਾਈ ਦੇ ਨਾਲ ਉਹਦੀ ਭਗਤੀ ਕਰਾਂਗੇ, ਫਿਰ ਉਹ ਮਹਾਨ ਵੇਖੋ ਪਰਮੇਸ਼ਵਰ ਆ ਸਾਡੇ ਉੱਤੇ ਦਇਆ ਕਰੇਗਾ, ਸਾਡੇ ਘਰਾਣੇ ਸਾਡੇ ਪਰਿਵਾਰ ਦੇ ਉੱਤੇ ਕਿਰਪਾ ਕਰੇਗਾ, ਔਰ ਸਾਨੂੰ ਸ਼ਾਂਤੀ ਤੇ ਚੰਗਿਆਈ ਦੇ ਨਾਲ ਭਰ ਦੇਵੇਗਾ। ਮੇਰੇ ਜਿਹੜੇ ਲੋਕ ਅੱਜ ਇਸ ਵਚਨ ਨੂੰ ਸੁਣਦੇ ਪਏ ਨੇ, ਮੈਂ ਚਾਹੁੰਦਾ ਹਾਂ ਕਿ ਜੇ ਤੁਹਾਡੀ ਲਾਈਫ ਦੇ ਵਿੱਚ ਡਿਸਟਰਬਿੰਗ ਆ, ਜਾਂ ਤੁਸੀਂ ਭੜਕ ਗਏ ਹੋ, ਜਾਂ ਤੁਸੀਂ ਰਾਹ ਤੋਂ ਖੁੰਝ ਗਏ ਹੋ, ਜਾਂ ਤੁਸੀਂ ਟਰੈਕ ਤੋਂ ਥੱਲੇ ਉਤਰ ਗਏ ਹੋ, ਤੇ ਮੇਰੇ ਅਜ਼ੀਜ਼ੋ ਹਜੇ ਵੀ ਸਮਾਂ ਆ, ਹਜੇ ਵੀ ਟਾਈਮ ਹੈ, ਹਜੇ ਵੀ ਆਪਣੇ ਆਪ ਨੂੰ ਸੰਭਾਲਣ ਦੀ ਜ਼ਰੂਰਤ ਆ, ਹਜੇ ਵੀ ਆਪਣੇ ਆਪ ਨੂੰ ਪਰਮੇਸ਼ਰ ਵਾਲੇ ਪਾਸੇ ਮੋੜਨ ਦੀ ਜ਼ਰੂਰਤ ਆ, ਕਿਉਂਕਿ ਘੜੀ ਦਾ ਕੋਈ ਵੀ ਪਤਾ ਨਹੀਂ ਆ। ਸੋ ਮੇਰੇ ਅਜ਼ੀਜ਼ ਭੈਣ ਭਰਾਵੋ, ਅੱਜ ਮੈਂ ਖੁਦਾ ਦੇ ਪਵਿੱਤਰ ਕਲਾਮ ਦੇ ਵਿੱਚੋਂ ਮੈਂ ਤੁਹਾਨੂੰ ਦੱਸੀਆਂ ਆ ਗੱਲਾਂ ਦੱਸੀਆਂ, ਪਰਮੇਸ਼ਰ ਦਾ ਵਚਨ ਤੁਹਾਨੂੰ ਮੈਂ ਦੱਸਿਆ ਆ, ਯਰਮੀਆ ਉਹਦਾ 18 ਅਧਿਆਏ, ਔਰ ਉਹਦਾ ਮੈਂ ਕੁਝ ਵਚਨ ਤੁਹਾਨੂੰ ਦੱਸੇ ਨੇ, ਉਹਦੇ ਰਿਲੇਟਿਵ ਹੋਰ ਵੀ ਕੁਝ ਮੈਂ ਵਚਨ ਦੱਸੇ ਨੇ ਤੁਹਾਨੂੰ। ਸੋ ਮੇਰੇ ਅਜ਼ੀਜ਼ ਭੈਣ ਭਰਾਵੋ, ਮੈਂ ਚਾਹੁੰਦਾ ਕਿ ਤੁਸੀਂ ਇਹਨਾਂ ਵਚਨਾਂ ਨੂੰ ਰੀਡ ਕਰੋ, ਇਹਨਾਂ ਵਚਨਾਂ ਨੂੰ ਆਪਣੇ ਦਿਲ 'ਚ ਵਸਾਓ, ਇਹਨਾਂ ਵਚਨਾਂ ਨੂੰ ਆਪਣੇ ਹਿਰਦੇ 'ਚ ਵਸਾਓ, ਤਾਂ ਜੋ ਇਹ ਵਚਨ ਜਿਹੜੇ ਨੇ ਉਹ ਤੁਹਾਡੀ ਲਾਈਫ ਨੂੰ ਬਦਲ ਕੇ ਰੱਖ ਦੇਣ, ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰਕੇ ਰੱਖ ਦੇਣ, ਤੁਹਾਡੇ ਘਰ ਪਰਿਵਾਰ ਦੇ ਵਿੱਚ ਸ਼ਾਂਤੀ ਆਵੇ, ਉੱਨਤੀ ਆਵੇ, ਤਰੱਕੀ ਆਵੇ। ਸੋ ਮੇਰੇ ਅਜ਼ੀਜ਼ ਭੈਣ ਭਰਾਵੋ, ਮੈਂ ਹੁਣ ਇੱਕ ਛੋਟੀ ਪ੍ਰਾਰਥਨਾ ਕਰਨ ਵਾਸਤੇ ਜਾਵਾਂਗਾ ਤੁਹਾਡੇ ਵਾਸਤੇ, ਕਿਉਂਕਿ ਮੇਰੇ ਅਜ਼ੀਜ਼ੋ, ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ, ਲੋਕਡਾਊਨ ਹੋਇਆ ਦਾ ਆ, ਹੁਣ ਫਿਰ ਮੋਦੀ ਸਾਹਿਬ ਨੇ 3 ਮਈ ਤੱਕ ਕਰ ਦਿੱਤਾ ਆ, ਤੇ ਮੈਂ ਫਿਰ ਲਾਸਟ ਵਿੱਚ ਤੁਹਾਨੂੰ ਇਹੀ ਕਹਾਂਗਾ ਮੇਰੇ ਅਜ਼ੀਜ਼ ਭੈਣ ਭਰਾਵੋ, ਮੈਂ ਲਾਸਟ ਵਿੱਚ ਤੁਹਾਨੂੰ ਇਹੀ ਕਹਾਂਗਾ ਕਿ ਪਰਮੇਸ਼ਰ ਵਿੱਚ ਬਣੇ ਰਹੋ। ਮੈਂ ਛੋਟੀ ਪ੍ਰਾਰਥਨਾ ਕਰਾਂਗਾ ਤੁਹਾਡੇ ਵਾਸਤੇ, ਔਰ ਮੈਂ ਲਾਸਟ ਵਿੱਚ ਤੁਹਾਨੂੰ ਇਹੀ ਕਹਿਣ ਵਾਸਤੇ ਜਾ ਰਿਹਾ ਹਾਂ ਪ੍ਰਾਰਥਨਾ ਤੋਂ ਪਹਿਲਾਂ, ਕਿ ਆਪਣੇ ਘਰਾਂ ਵਿੱਚ ਰਹੋ, ਵਚਨ ਨੂੰ, ਬਾਈਬਲ ਨੂੰ ਰੀਡ ਕਰੋ, ਬਾਈਬਲ ਨੂੰ ਪੜ੍ਹੋ, ਵਚਨ ਨੂੰ ਪੜ੍ਹੋ, ਤੁਸੀਂ ਪ੍ਰਾਰਥਨਾ ਵਿੱਚ ਬਣੇ ਰਹੋ। ਕਿਉਂਕਿ ਤਰਲਾ ਮਾਰੋ, ਜਦੋਂ ਨਿਨਵਾ ਦੇ ਉੱਤੇ ਜਦੋਂ ਬਵਾ ਆਈ, ਜਦੋਂ ਨਿਨਵਾ ਦੇ ਉੱਤੇ ਬਵਾ ਆਉਣ ਵਾਲੀ ਸੀਗੀ, ਉਹ ਨਿਨਵਾ ਜਿਹੜਾ ਤਬਾਹ ਹੋਣ ਵਾਲਾ ਸੀਗਾ, ਤੇ ਉਦੋਂ ਜਿਹੜਾ ਸੀਗਾ ਨਾ, ਯੋਨਾ ਨਬੀ ਨੇ ਉਹਨਾਂ ਨੂੰ ਜਾ ਕੇ ਆਖਿਆ ਸੀਗਾ ਕਿ ਆਪਣੇ ਗੁਨਾਹਾਂ ਦਾ ਪਛਤਾਪ ਕਰੋ, ਆਪਣੀ ਬੁਰਾਈ ਨੂੰ ਉਸ ਪਰਮੇਸ਼ਰ ਦੇ ਅੱਗੇ ਮੰਨ ਲਓ, ਜਿਹੜੇ ਤੁਸੀਂ ਗੁਨਾਹ ਕੀਤੇ ਉਹਨਾਂ ਗੁਨਾਹਾਂ ਤੋਂ ਤੋਬਾ ਕਰੋ, ਜਿਹੜੀ ਤੁਸੀਂ ਬੁਰਾਈ ਉਸ ਰੱਬ ਦੇ ਅੱਗੇ ਕੀਤੀ ਉਸ ਬੁਰਾਈ ਤੋਂ ਤੋਬਾ ਕਰੋ, ਜਿਹੜੀ ਬਦਕਾਰੀ ਕੀਤੀ ਉਸ ਰੱਬ ਦੇ ਅੱਗੇ ਉਸ ਬਦਕਾਰੀ ਤੋਂ ਮੁੜੋ, ਰੋਜ਼ਾ ਰੱਖੋ, ਤਰਲਾ ਮਾਰੋ। ਅੱਜ ਦੇ ਜਿਹੜੇ ਸਾਡੇ ਸੇਵਕ ਚੱਲੇ ਨੇ, ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਉਸ ਤਰ੍ਹਾਂ ਕਰੋ, ਉਹ ਕਰੋ, ਇਹ ਕਰੋ। ਉਹਨੇ ਕੁਛ ਨਹੀਂ ਆਖਿਆ ਸੀਗਾ ਜਾ ਕੇ ਯੋਨਾ ਨੇ, ਉਹਨੇ ਸਿਰਫ ਆਖਿਆ ਸੀਗਾ ਪਰਮੇਸ਼ਰ ਦੇ ਅੱਗੇ ਘੁਟਨੇ ਟੇਕ ਕੇ ਪ੍ਰਾਰਥਨਾ ਕਰੋ, ਤਰਲਾ ਮਾਰੋ। ਉਹਨੇ ਉਹਨਾਂ ਨੂੰ ਜਾ ਕੇ ਕੋਈ ਕਹਾਣੀਆਂ ਨਹੀਂ ਪਾ ਕੇ ਦੱਸੀਆਂ ਸੀਗੀਆਂ, ਜਿਵੇਂ ਅੱਜ ਸਾਡੇ ਬਹੁਤ ਸਾਰੇ ਸੇਵਕ ਜਿਹੜੇ ਨੇ, ਇੱਦਾਂ ਕਰ ਲਓ, ਉੱਦਾਂ ਕਰ ਲਓ, ਆਹ ਕਰ ਲਓ, ਉਹ ਕਰ ਲਓ, ਵੀ ਹੈ ਨਾ, ਦੁਨੀਆ ਨੂੰ ਗੁੰਮਰਾਹ ਕਰਨ ਵਾਸਤੇ, ਦੁਨੀਆ ਦਾ ਧਿਆਨ ਜਿਹੜਾ ਪਰਮੇਸ਼ਰ ਵੱਲੋਂ ਹਟਾ ਕੇ ਆਪਣੇ ਵੱਲ ਖਿਚਾ ਕਰਨ ਵਾਸਤੇ। ਪਰ ਮੈਂ ਤੁਹਾਨੂੰ ਇੱਕੋ ਗੱਲ ਕਹਾਂਗਾ, ਵਚਨ ਦੀਆਂ ਬਾਣੀਆਂ ਉੱਤੇ ਤੁਸੀਂ ਅਮਲ ਕਰੋ, ਜਿਹੜੀਆਂ ਭਵਿੱਖਬਾਣੀਆਂ ਪਰਮੇਸ਼ਰ ਨੇ ਕੀਤੀਆਂ ਦੀਆਂ ਨੇ, ਉਹਨਾਂ ਭਵਿੱਖਬਾਣੀਆਂ ਉੱਤੇ ਅਮਲ ਕਰੋ, ਉਹਨਾਂ ਤੇ ਬਲੀਵ ਕਰੋ। ਕੁਝ ਪੂਰੀਆਂ ਹੋ ਚੁੱਕੀਆਂ ਨੇ, ਕੁਝ ਪੂਰੀਆਂ ਹੋ ਰਹੀਆਂ ਨੇ, ਤੇ ਕੁਝ ਪੂਰੀਆਂ ਆਉਣ ਵਾਲੇ ਸਮੇਂ ਵਿੱਚ ਹੋ ਜਾਣਗੀਆਂ। ਕਿਉਂਕਿ ਪਰਮੇਸ਼ਰ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀਗਾ, ਕੌਮ ਤੇ ਚੜ੍ਹਾਈ ਕਰੇਗੀ, ਕਾਲ ਪੈਣਗੇ, ਮਰੀਆਂ ਆਉਣਗੀਆਂ। ਪਰਮੇਸ਼ਰ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀਗਾ। ਪਰ ਅੱਜ ਦੇ ਸਮੇਂ ਦੇ ਵਿੱਚ ਕਦੀ ਕੋਈ ਉੱਠ ਕੇ ਕਹਿੰਦਾ ਆ ਐਦਾਂ ਭਵਿੱਖਬਾਣੀ ਕੀਤੀ ਹੈ, ਇਹ ਭਵਿੱਖਬਾਣੀਆਂ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਕਰ ਦਿੱਤੀਆਂ ਸੀਗੀਆਂ। ਅੱਜ ਤੋਂ 2020 ਸਾਲ ਪਹਿਲਾਂ ਪਰਮੇਸ਼ਰ ਨੇ ਭਵਿੱਖਬਾਣੀਆਂ ਜਿਹੜੀਆਂ ਕੀਤੀਆਂ ਸੀਗੀਆਂ, ਤੇ ਅੱਜ ਉਹ ਪੂਰੀਆਂ ਹੋ ਰਹੀਆਂ ਨੇ। ਇਸ ਕਰਕੇ ਮੇਰੇ ਅਜ਼ੀਜ਼ੋ, ਆਪਣੇ ਘਰਾਂ ਦੇ ਵਿੱਚ ਰਹੋ, ਸਿਹਤਮੰਦ ਰਹੋ, ਔਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤੁਸੀਂ ਪਰਮੇਸ਼ਰ ਦੀ ਇਬਾਦਤ ਕਰੋ। ਸੋ ਮੈਂ ਛੋਟੀ ਪ੍ਰਾਰਥਨਾ ਕਰਨ ਵਾਸਤੇ ਜਾ ਰਿਹਾ ਤੁਹਾਡੇ ਵਾਸਤੇ। ਸੋ ਪਲੀਜ਼ ਸਭ ਆਪਣੀਆਂ ਅੱਖਾਂ ਨੂੰ ਬੰਦ ਕਰ ਲੈਣਗੇ। ਮਹਾਨ ਪਿਤਾ ਪਰਮੇਸ਼ਰ ਖੁਦਾ ਯੀਸ਼ੂ ਮਸੀਹ, ਜ਼ਮੀਨ ਤੇ ਅਸਮਾਨ ਦੇ ਮਾਲਿਕ ਔਰ ਖਾਲਿਕ ਪਿਤਾ ਖੁਦਾ, ਤੂੰ ਸੱਚਮੁੱਚ ਮਹਾਨ ਹੈ।
ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਹੈ ਖੁਦਾ, ਜੀਵਨ ਤੇ ਜ਼ਿੰਦਗੀ ਤੇਰੇ ਕੋਲ ਹੈ ਖੁਦਾ ਯਿਸੂ ਮਸੀਹ। ਹੇ ਯਹੋਵਾ ਪਿਤਾ ਪਰਮੇਸ਼ਰ, ਅੱਜ ਮੈਂ ਤੇਰੇ ਪਵਿੱਤਰ ਕਲਾਮ ਦੇ ਵਿੱਚੋਂ ਤੇਰੇ ਬੱਚਿਆਂ ਦੇ ਰੂਬਰੂ ਜੋ ਵਚਨ ਕੀਤਾ ਹੈ ਖੁਦਾ, ਇਹ ਵਚਨ ਇਹਨਾਂ ਦੇ ਹਿਰਦਿਆਂ, ਗੁਰਦਿਆਂ, ਦਿਲਾਂ, ਦਿਮਾਗਾਂ ਵਿੱਚ ਗਹਿਰਾ ਅਸਰ ਕਰੇ ਖੁਦਾ। ਇਸ ਵਚਨ ਨੂੰ ਪ੍ਰਭੂ ਯਿਸੂ ਮਸੀਹ ਸੁਣਨ ਦੇ ਨਾਲ, ਪੜ੍ਹਨ ਦੇ ਨਾਲ ਇਹਨਾਂ ਦੀ ਲਾਈਫ ਚੇਂਜ ਹੋ ਜਾਵੇ, ਲਾਈਫ ਬਦਲ ਜਾਵੇ ਖੁਦਾ ਯਿਸੂ ਮਸੀਹ। ਇਹ ਜਾਣ ਜਾਣ ਕਿ ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ, ਇਸ ਤਰ੍ਹਾਂ ਹੀ ਅਸੀਂ ਵੀ ਪਰਮੇਸ਼ਰ ਦੇ ਹੱਥ ਵਿੱਚ ਹੀ ਹਾਂ। ਮੇਰੇ ਯਹੋਵਾ ਪਿਤਾ ਪਰਮੇਸ਼ਰ ਖੁਦਾ ਇਹਨਾਂ ਦੀ ਲਾਈਫ ਬਦਲ ਜਾਵੇ, ਇਹਨਾਂ ਦੀ ਜ਼ਿੰਦਗੀ ਬਦਲ ਜਾਵੇ, ਇਹਨਾਂ ਦੇ ਘਰਾਣੇ ਪਰਿਵਾਰ ਬਦਲ ਜਾਣ ਖੁਦਾ ਯਿਸੂ ਮਸੀਹ ਖੁਦਾ। ਹੇ ਯਹੋਵਾ ਪਿਤਾ ਪਰਮੇਸ਼ਰ, ਤੂੰ ਸੱਚਮੁੱਚ ਦਇਆ ਦਾ ਸਾਗਰ ਆ, ਦਇਆ ਦਾ ਧਨੀ ਪਰਮੇਸ਼ਰ ਹੈ ਖੁਦਾ। ਜਿੰਨੇ ਵੀ ਲੋਕ ਪ੍ਰਭੂ ਯਿਸੂ ਮਸੀਹ ਅੱਜ ਦੇ ਇਸ ਵਚਨ ਨੂੰ ਸੁਣਨ ਖੁਦਾ, ਮੇਰੇ ਯਿਸੂ ਮਸੀਹ ਖੁਦਾ, ਇਹ ਵਚਨ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਕੇ ਰੱਖ ਦੇਵੇ ਖੁਦਾ। ਇਹ ਵਚਨ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਘਰ ਕਰੇ ਮੇਰੇ ਯਿਸੂ ਮਸੀਹ ਖੁਦਾ। हे यहोवा पिता परमेश्वर खुदा, तू सचमुच महान है खुदा। तेरी बड़ी बरकत, तेरी बड़ी आशीष तेरे लोगों उत्ते ठहरे खुदा यीशु मसीह। तेरे लोगों उत्ते तेरी बड़ी किरपा हो जाए खुदा। ये लोग प्रभु यीशु मसीह खुदा अपने आप नूं तेरे हवाले करन, अपने आप नूं तेरे समर्पित कर देन खुदा, अपने आप नूं प्रभु यीशु मसीह तेरे हत्थां विच कर देन, ते प्रभु यीशु मसीह सारा जीवन खुदा तेरे विच बतीत करन, ते यीशु मसीह तेरे स्वर्ग राज वास्ते तैयार हो जान खुदा। तू सचमुच महान है मेरे यहोवा पिता परमेश्वर खुदा। मैं प्रार्थना करदा जिहड़ी महामारी फैली हुई है खुदा, इस महामारी नूं प्रभु यीशु मसीह तू ही खत्म कर सकदा खुदा। डॉक्टरां दी खोज, नर्सां दी खोज नूं सफल कर मेरे यीशु मसीह खुदा। इस महामारी ਦਾ ਇਲਾਜ ਪ੍ਰਭੂ ਯਿਸੂ ਮਸੀਹ ਖੁਦਾ ਤੁਹਾਡੇ ਕੋਲ ਹੈ ਖੁਦਾ। ਮੇਰੇ ਯਹੋਵਾ ਪਿਤਾ ਪਰਮੇਸ਼ਰ, ਅਸੀਂ ਤੇ ਸਿਰਫ ਤੁਹਾਡੇ ਅੱਗੇ ਤਰਲਾ ਮਾਰ ਸਕਦੇ ਹਾਂ, ਤੁਹਾਡੇ ਅੱਗੇ ਬੇਨਤੀ ਕਰ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਸਾਡੀਆਂ ਬੇਨਤੀਆਂ ਨੂੰ ਆਪਣੇ ਸਵਰਗ ਰਾਜ 'ਚ ਕਬੂਲ ਕਰ, ਤੇ ਇਸ ਮਹਾਮਾਰੀ ਨੂੰ ਵੀ ਖਤਮ ਕਰ, ਤੇ ਆਪਣੇ ਲੋਕਾਂ ਤੇ ਵੀ ਦਇਆ ਕਰ ਮੇਰੇ ਯਹੋਵਾ ਪਿਤਾ ਪਰਮੇਸ਼ਰ। ਹੇ ਯਹੋਵਾ ਪਿਤਾ ਪਰਮੇਸ਼ਰ, ਜਿਹੜੇ ਲੋਕ ਇਸ ਵਾਇਰਸ, ਇਸ ਮਹਾਮਾਰੀ ਦੇ ਨਾਲ ਜੂਝਦੇ ਪਏ ਨੇ, ਉਹਨਾਂ ਲੋਕਾਂ ਦੇ ਉੱਤੇ ਵੀ ਦਇਆ ਕਰ ਯਿਸੂ ਮਸੀਹ। ਉਹਨਾਂ ਦੀਆਂ ਜੀਵਨਾਂ ਵਿੱਚ ਵੀ ਅਦਭੁਤ ਕਾਰਜ ਕਰ, ਉਹ ਵੀ ਲੋਕ ਬਚ ਜਾਣ ਤੇ ਤੇਰੇ ਸਵਰਗ ਰਾਜ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲੈਣ खुदा। हे यहोवा पिता परमेश्वर, ਹੁਣ ਮੈਂ ਖੁਦਾ ਯਿਸੂ ਮਸੀਹ ਬਾਸਮਾਨੀ ਪਿਤਾ ਆਪਣੇ ਆਪ ਨੂੰ ਤੇਰੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦਾ ਯਿਸੂ ਮਸੀਹ, ਔਰ ਆਉਣ ਵਾਲੇ ਸਮੇਂ ਨੂੰ ਵੀ ਤੇਰੇ ਹੱਥਾਂ ਵਿੱਚ ਸੌਂਪ ਦਿੰਦਾ ਖੁਦਾ ਯਿਸੂ ਮਸੀਹ। ਹੇ ਯਹੋਵਾ ਪਿਤਾ ਪਰਮੇਸ਼ਰ, ਮੈਂ ਵਿਸ਼ਵਾਸ ਕਰਦਾ ਹਾਂ ਜੋ ਵਚਨ ਵੀ ਅੱਜ ਪ੍ਰਭੂ ਯਿਸੂ ਮਸੀਹ ਤੇਰੇ ਬੱਚਿਆਂ ਦੇ ਮੈਂ ਰੂਬਰੂ ਕੀਤਾ ਆ, ਇਹ ਵਚਨ ਇਹਨਾਂ ਦੇ ਹਿਰਦਿਆਂ, ਗੁਰਦਿਆਂ, ਦਿਲਾਂ, ਦਿਮਾਗਾਂ ਵਿੱਚ ਗਹਿਰਾ ਅਸਰ ਕਰੇ। ਹੇ ਯਹੋਵਾ ਪਿਤਾ ਪਰਮੇਸ਼ਰ, ਤੂੰ ਸੱਚਮੁੱਚ ਮਹਾਨ, ਸੱਚਮੁੱਚ ਤੂੰ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਹੈ ਖੁਦਾ। ਤੁਸੀਂ ਦੁਆ ਨੂੰ ਸੁਣਿਆ, ਕਬੂਲ ਕੀਤਾ। ਦੁਆ ਸਾਡੇ ਮੁਕਤੀਦਾਤਾ, ਉਧਾਰਕਰਤਾ ਯਿਸੂ ਮਸੀਹ ਦੇ ਜ਼ਿੰਦਾ ਜਲੀਲੀ ਪਵਿੱਤਰ ਤੇ ਮੁਕੱਦਸ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ ਹਾਲੇਲੂਇਆ। ਸੋ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਹੈ। ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਇਹਨਾਂ ਵਚਨਾਂ ਨੂੰ ਹੋਰ ਵੀ ਤੁਸੀਂ ਸੁਣਨਾ ਚਾਹੁੰਦੇ ਹੋ, ਤੇ ਸਾਡਾ ਇੱਕ ਚੈਨਲ ਹੈ ਪਾਸਟਰ BK ਹੰਸ ਮਿਨਿਸਟਰੀ। ਪਾਸਟਰ BK ਹੰਸ ਮਿਨਿਸਟਰੀ ਆ, ਉਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ। ਔਰ ਫੇਸਬੁੱਕ ਪੇਜ ਹੈ ਪਾਸਟਰ BK ਹੰਸ ਮਿਨਿਸਟਰੀ, ਫੇਸਬੁੱਕ ਪੇਜ ਹੈ, ਉਹਨੂੰ ਵੀ ਤੁਸੀਂ ਲਾਈਕ ਕਰੋ। ਤੇ ਖੁਦਾ ਯਿਸੂ ਮਸੀਹ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਜਲਾਲੀ ਜ਼ਿੰਦਾ ਨਾਮ ਦੇ ਵਿੱਚ ਤੁਹਾਨੂੰ ਜੈ ਮਸੀਹ ਦੀ। ਔਰ ਮੈਂ ਲਾਸਟ ਵਿੱਚ ਇੱਕ ਬਰਕਤ ਦਾ ਕਲਮਾ ਪੜ੍ਹਨ ਵਾਸਤੇ ਜਾ ਰਿਹਾ, ਸੋ ਪਲੀਜ਼। ਹੇ ਯਹੋਵਾ ਪਿਤਾ ਪਰਮੇਸ਼ਰ ਖੁਦਾ ਯਿਸੂ ਮਸੀਹ, ਤੂੰ ਸੱਚਮੁੱਚ ਆਪਣੇ ਲੋਕਾਂ 'ਤੇ ਦਇਆ ਕੀਤੀ ਹੈ। ਖੁਦਾ ਦਾ ਫਜ਼ਲ, ਪਰਮੇਸ਼ਰ ਦਾ ਪ੍ਰੇਮ ਰੂਪਾਂ ਦੀ ਸੰਗਤ, ਮਸੀਹ ਦੇ ਆਗਮਨ ਤੱਕ, ਮਸੀਹ ਦੇ ਲੋਕਾਂ, ਮਸੀਹ ਦੀਆਂ ਸੰਗਤਾਂ, ਮਸੀਹ ਦੀਆਂ ਆਰਾਧਨਾ ਉਪਾਸਨਾ ਦੇ ਨਾਲ ਹੁਣ ਤੋਂ ਲੈ ਕੇ ਸਦੀ ਪਕਾਲ ਤੱਕ ਹੁੰਦੀ ਰਹੀ। ਖੁਦਾ ਯਿਸੂ ਦੇ ਨਾਂ 'ਚ ਮੰਗਦੇ ਹਾਂ, ਆਮੀਨ ਆਮੀਨ।